ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਪਰਮ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਆਪ ਜੀ ਨੇ ਗੁਰਬਾਣੀ ਕੀਰਤਨ ਸਰਵਣ ਕੀਤਾ ਹੈ। ਭਾਈ ਸਾਹਿਬ ਜੀ ਬੜੇ ਪਿਆਰ ਨਾਲ ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾ ਰਹੇ ਸਨ, ਜਿਸ ਦੇ ਦੌਰਾਨ ਉਹਨਾਂ ਨੇ ਭਾਈ ਗੁਰਦਾਸ ਜੀ ਦੇ ਬਚਨ ਗਾਇਨ ਕੀਤੇ, ਜਿਸ ਵਿੱਚ ਭਾਈ ਸਾਹਿਬ ਫਰਮਾ ਰਹੇ ਸਨ, ਕਲ ਤਾਰਨ ਗੁਰੂ ਨਾਨਕ ਆਇਆ। ਭਾਈ ਸਾਹਿਬ ਜੀ ਨੂੰ ਪੁੱਛੀਏ ਕਿ ਭਾਈ ਸਾਹਿਬ ਜੀ, ਤੁਸੀਂ ਆਖਦੇ ਹੋ ਕਿ ਗੁਰੂ ਨਾਨਕ ਇਸ ਚੱਲ ਰਹੇ ਸਮੇਂ ਨੂੰ ਤਾਰਨ ਵਾਸਤੇ ਯਾਨੀ ਲੋਕ ਭਲਾਈ ਵਾਸਤੇ ਸੰਸਾਰ ਵਿੱਚ ਆਏ। ਉਹਨਾਂ ਨੇ ਲੋਕ ਭਲਾਈ ਦਾ ਕੰਮ ਕਿਵੇਂ ਕੀਤਾ ਤੇ ਕੀ ਉਹ ਕਰ ਪਾਏ? ਭਾਈ ਸਾਹਿਬ ਜੀ ਆਖਦੇ ਨੇ, ਹਾਂ, ਗੁਰੂ ਨਾਨਕ ਸਾਹਿਬ ਨੇ ਜਿਸ ਕਾਰਜ ਲਈ ਉਹ ਸੰਸਾਰ ਵਿੱਚ ਆਏ ਸਨ, ਉਹਨਾਂ ਨੇ ਬਾਖੂਬੀ ਉਸ ਕੰਮ ਨੂੰ ਪੂਰਿਆਂ ਕੀਤਾ। ਕਲਯੁਗ ਬਾਬੇ ਤਾਰਿਆ, ਸਤਿਨਾਮ ਪੜ੍ਹ ਮੰਤਰ ਸੁਨਾਇਆ। ਗੁਰੂ ਨਾਨਕ ਸਾਹਿਬ ਨੇ ਇਸ ਚੱਲ ਰਹੇ ਸਮੇਂ ਵਿੱਚ ਜਿਸ ਨੂੰ ਵਿਦਵਾਨਾਂ ਨੇ ਕਲਯੁਗ ਦਾ ਨਾਮ ਦਿੱਤਾ ਹੋਇਆ ਹੈ, ਇਸ ਕਲਯੁਗ ਦੇ ਅੰਦਰ ਜੀਵਾਂ ਦਾ ਭਲਾ ਕੀਤਾ, ਉਹਨਾਂ ਨੂੰ ਤਾਰਿਆ। ਕਿਵੇਂ ਤਾਰਿਆ? ਸਤਿਨਾਮ ਪੜ੍ਹ ਮੰਤਰ ਸੁਨਾਇਆ। ਉਹ ਜਿੱਥੇ ਵੀ ਗਏ ਉਹਨਾਂ ਨੇ ਸਤਿਨਾਮ ਦਾ ਉਪਦੇਸ਼ ਮਾਨਵਤਾ ਨੂੰ ਦਿੱਤਾ ਕਿ ਸਾਡੇ ਜੀਵਨ ਦੇ ਵਿੱਚ ਬਾਕੀ ਸਾਰੀਆਂ ਚੀਜ਼ਾਂ ਘਟਦੀਆਂ ਨੇ। ਅਸੀਂ ਚੰਗੇ ਇਨਸਾਨ ਵੀ ਹਾਂ, ਅਸੀਂ ਆਪਣੀ ਕਿਰਤ ਵਿਰਤ ਵੀ ਠੀਕ ਕਰਦੇ ਹਾਂ, ਅਸੀਂ ਕਿਸੇ ਨਾਲ ਕੋਈ ਧੋਖਾਧੜੀ ਨਹੀਂ ਕਰਦੇ, ਸਭ ਕੁਝ ਠੀਕ ਹੈ। ਪਰ ਸਾਡੇ ਜੀਵਨ ਵਿੱਚੋਂ ਇੱਕ ਪਰਮੇਸ਼ਵਰ ਦਾ ਨਾਮ ਜਿਹੜਾ ਹੈ ਉਹ ਜਾ ਚੁੱਕਾ ਹੈ। ਗੁਰੂ ਨਾਨਕ ਸਾਹਿਬ ਨੇ ਉਸ ਪਰਮੇਸ਼ਵਰ ਦੇ ਨਾਮ ਦਾ ਚੇਤਾ ਕਰਵਾਇਆ। ਸਤਿਗੁਰਾਂ ਨੇ ਬਾਣੀ ਵਿੱਚ ਆਖਿਆ, ਚੇਤਾ ਹੀ ਤਾਂ ਚੇਤ ਸਾਹਿਬ ਸੱਚਾ ਸੋ ਧਨੀ। ਜੇ ਤੇਰੇ ਅੰਤਸ਼ ਕਰਨ ਵਿੱਚ ਤੇਰੀ ਆਤਮਾ ਵਿੱਚ ਜਾਗ੍ਰਿਤੀ ਆ ਜਾਏ ਤੇ ਤੂੰ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਲੱਗ ਪਵੇਂ ਤੇ ਤੇਰੇ ਜੀਵਨ ਦਾ ਅਵਸ਼ ਭਲਾ ਹੋ ਜਾਏਗਾ। ਸੋ ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸੁਨੇਹਾ ਹੈ ਸਾਨੂੰ ਕਿ ਭਾਈ ਸਭ ਕੁਝ ਕਰਦਿਆਂ ਕਰਾਉਂਦਿਆਂ ਉਸ ਮਾਲਕ ਨੂੰ ਕਦੇ ਨਾ ਵਿਸਾਰੋ, ਉਸ ਮਾਲਕ ਦੇ ਨਾਮ ਦਾ ਸਿਮਰਨ ਕਰੋ ਜੋ ਸਤ ਹੈ, ਜੋ ਸਦੀਵੀ ਹੈ। ਸੋ ਆਪਾਂ ਸੋਮਵਾਰ ਵਾਲੇ ਦਿਨ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਯਾਦ ਵਿੱਚ ਬੈਠੇ ਸਾਂ। ਅੱਜ ਵੀ ਆਪਾਂ ਉਹਨਾਂ ਦੀ ਯਾਦ ਵਿੱਚ ਹੀ ਇਹ ਦੀਵਾਨ ਸਜਾਏ ਨੇ। ਵੈਸੇ ਮੈਂ ਤੇ ਕਹਿਣਾ ਚਾਹਾਂਗਾ ਕਿ ਜਦੋਂ ਵੀ ਤੇ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਤੇ ਦੀਵਾਨ ਸਜਦੇ ਨੇ, ਉਹ ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਹੀ ਸਜਦੇ ਨੇ। ਸੋ ਅਸੀਂ ਹਮੇਸ਼ਾ ਹੀ ਗੁਰੂ ਨਾਨਕ ਮਹਾਰਾਜ ਨੂੰ ਯਾਦ ਰੱਖਦੇ ਹਾਂ, ਕਿਉਂਕਿ ਉਹਨਾਂ ਨੇ ਸਾਨੂੰ ਇੱਕ ਉਹ ਸੁਚੱਜਾ ਤੇ ਸੁਹੇਲਾ ਮਾਰਗ ਦਿਖਾ ਦਿੱਤਾ ਹੈ ਜਿਹਦਾ ਬਦਲ ਸੰਸਾਰ ਵਿੱਚ ਮਿਲਦਾ ਨਹੀਂ। ਇਹੋ ਜਿਹਾ ਸੁਖੈਨ ਰਸਤਾ, ਇਹੋ ਜਿਹਾ ਆਸਾਨੀ ਨਾਲ ਜਿਸ ਤੋਂ ਗੁਜ਼ਰਿਆ ਜਾ ਸਕੇ, ਹੋਰ ਕੋਈ ਰਾਹ ਨਜ਼ਰ ਨਹੀਂ ਆਉਂਦਾ। ਭਾਵੇਂ ਇਹ ਰਸਤਾ ਵੀ ਬੜਾ ਮੁਸ਼ਕਿਲ ਹੈ, ਪਰ ਬਾਕੀਆਂ ਨਾਲੋਂ ਫਿਰ ਵੀ ਆਸਾਨ ਹੈ। ਸੋ ਆਓ ਅੱਜ ਆਪਾਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ
ਕੁਝ ਵਿਚਾਰ ਵਟਾਂਦਰਾ ਕਰਾਂਗੇ ਤੇ ਵਿਚਾਰ ਵਟਾਂਦਰਾ ਆਪ ਜੀ ਦੇ ਨਾਲ ਮੈਂ ਸਤਿਗੁਰੂ ਜੀ ਦੀ ਬਾਣੀ ਰਾਹੀਂ ਹੀ ਕਰਨਾ ਚਾਹਾਂਗਾ। ਸਤਿਗੁਰੂ ਜੀ ਰਾਏ ਭੋਏ ਦੀ ਤਲਵੰਡੀ ਵਿੱਚ ਉਹਨਾਂ ਦਾ ਪ੍ਰਕਾਸ਼ ਹੋਇਆ ਤੇ ਪ੍ਰਕਾਸ਼ ਹੋਇਆ ਮਾਤਾ ਤ੍ਰਿਪਤਾ ਜੀ ਤੇ ਪਿਤਾ ਕਲਿਆਣ ਚੰਦ ਜੀ ਦੇ ਘਰ। ਇਤਿਹਾਸ ਦੱਸਦਾ ਹੈ ਕਿ ਉਹ ਜਨਮ ਤੋਂ ਹੀ ਜਦੋਂ ਉਹਨਾਂ ਨੇ ਪ੍ਰਕਾਸ਼ ਲਿਆ, ਜਦੋਂ ਉਹਨਾਂ ਨੇ ਜਨਮ ਲਿਆ, ਉਦੋਂ ਤੋਂ ਹੀ ਉਹ ਪਰਿਪੂਰਨ ਸਨ। ਉਹਨਾਂ ਵਿੱਚ ਕੋਈ ਕਮੀ ਨਹੀਂ ਸੀ, ਕੋਈ ਘਾਟ ਨਹੀਂ ਸੀ। ਉਹ ਜਦੋਂ ਦਾਈ ਦੌਲਤਾਂ ਨੇ ਉਹਨਾਂ ਦਾ ਦਰਸ਼ਨ ਕੀਤਾ ਤੇ ਭਾਈ ਸੰਤੋਖ ਸਿੰਘ ਜੀ ਦੇ ਲਿਖਣ ਮੁਤਾਬਕ ਉਹਨਾਂ ਨੇ ਭਾਵ ਗੁਰੂ ਨਾਨਕ ਨੇ ਦਾਈ ਦੌਲਤਾਂ ਨਾਲ ਕੁਝ ਬਚਨ ਕੀਤੇ। ਬਚਨ ਉਹ ਬੋਲ ਤਾਂ ਨਾ ਪਾਏ, ਪਰ ਕੁਝ ਇਸ਼ਾਰੇ ਵਿੱਚ ਉਹਨਾਂ ਦੇ ਬਚਨ ਸਨ, ਜਿਸ ਇਸ਼ਾਰੇ ਨੂੰ ਦਾਈ ਦੌਲਤਾਂ ਜਾਂ ਮਾਤਾ ਦੌਲਤਾਂ ਛੇਤੀ ਨਾਲ ਹੀ ਸਮਝ ਗਈ, ਕਿਉਂਕਿ ਪ੍ਰਕਾਸ਼ ਸਮੇਂ ਉਹ ਇੱਕ ਅਜੀਬ ਕਿਸਮ ਦਾ ਕੌਤਕ ਵੇਖ ਚੁੱਕੀ ਸੀ। ਉਹ ਇੰਨੀ ਜਲਦੀ ਨਾਲ ਸਮਝ ਗਈ। ਪਿਤਾ ਕਲਿਆਣ ਚੰਦ ਜੀ ਨੇ ਮਾਤਾ ਦੌਲਤਾਂ ਨੂੰ ਇਹ ਖਬਰ ਸੁਣ ਕੇ ਕਿ ਉਹਨਾਂ ਦੇ ਗ੍ਰਹਿ ਪੁੱਤਰ ਨੇ ਜਨਮ ਲਿਆ ਹੈ, ਕੁਝ ਦਾਨ ਦੇ ਰੂਪ ਵਿੱਚ, ਸੇਵਾ ਦੇ ਰੂਪ ਵਿੱਚ ਦੇਣਾ ਚਾਹਿਆ। ਤੇ ਦਾਈ ਦੌਲਤਾਂ ਨੇ ਬਚਨ ਆਖਿਆ ਸੀ, ਪਟਵਾਰੀ ਜੀ, ਇਹ ਜਿਹੜੀ ਦੌਲਤ ਤੁਸੀਂ ਮੈਨੂੰ ਦੇ ਰਹੇ ਹੋ, ਅੱਜ ਮੈਂ ਦੌਲਤ ਵਾਲੀ ਬਣ ਚੁੱਕੀ ਹਾਂ। ਮੈਨੂੰ ਇਸ ਦੌਲਤ ਦੀ ਜ਼ਰੂਰਤ ਨਹੀਂ ਰਹੀ। ਮੈਂ ਜੋ ਬਚਨ ਸੁਣੇ ਨੇ, ਜੋ ਮੈਂ ਕੌਤਕ ਵੇਖਿਆ ਹੈ, ਉਸ ਕੌਤਕ ਨੇ ਮੇਰੇ ਅੰਦਰ ਇੱਕਦਮ ਸੰਤੋਖ ਭਰ ਦਿੱਤਾ ਹੈ। ਮੇਰੀਆਂ ਜਨਮਾਂ ਜਨਮਾਂਤਰਾਂ ਦੀਆਂ ਭੁੱਖਾਂ ਮਿਟਾ ਦਿੱਤੀਆਂ ਨੇ। ਉਹਦੇ ਵੱਲ ਜਦੋਂ ਮੈਂ ਤੱਕਿਆ ਸੀ, ਉਹ ਮੈਨੂੰ ਇੱਕ ਬਾਲਕ ਨਜ਼ਰ ਨਹੀਂ ਆਇਆ, ਸਗੋਂ ਇੱਕ ਮਹਾਨ ਬਜ਼ੁਰਗ ਨਜ਼ਰ ਆਇਆ ਹੈ। ਉਹਦੇ ਇਸ਼ਾਰਿਆਂ ਤੋਂ ਇਸ ਤਰ੍ਹਾਂ ਲੱਗਦਾ ਸੀ ਕਿ ਉਹ ਇੱਕ ਸਧਾਰਨ ਬਾਲਕ ਨਹੀਂ, ਸਗੋਂ ਉਹ ਕੋਈ ਅੱਲਾ ਦਾ ਭੇਜਿਆ ਹੋਇਆ, ਖੁਦਾ ਵਾਹਿਗੁਰੂ ਪਰਮਾਤਮਾ ਦਾ ਭੇਜਿਆ ਹੋਇਆ ਕੋਈ ਮਹਾਨ ਪੁਰਸ਼ ਹੈ, ਜਿਹੜਾ ਸੰਸਾਰ ਦੇ ਭਲੇ ਲਈ ਆਇਆ ਹੈ। ਸੋ ਗੁਰੂ ਨਾਨਕ ਸਾਹਿਬ ਛੋਟੀ ਉਮਰ ਵਿੱਚ ਜਿਹੜੇ ਉਹਨਾਂ ਨੇ ਕੌਤਕ ਕੀਤੇ, ਉਹ ਬੜੇ ਹੀ ਅਜੀਬ ਕਿਸਮ ਦੇ ਨੇ। ਉਹਨਾਂ ਕੌਤਕਾਂ ਵੱਲ ਤੇ ਮੈਂ ਨਹੀਂ ਜਾਵਾਂਗਾ, ਪਰ ਉਹਨਾਂ ਨੇ ਜੋ ਬਚਨ ਆਪਣੇ ਉਸਤਾਦ ਉਸ ਵਕਤ ਦੇ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਵਿਦਿਆ ਬਖਸ਼ਿਸ਼ ਕੀਤੀ, ਵਿਦਿਆ ਪੜ੍ਹਾਈ, ਉਹਨਾਂ ਵਿੱਚੋਂ ਪਹਿਲੇ ਉਸਤਾਦ ਹਨ ਪੰਡਿਤ ਗੋਪਾਲ ਦਾਸ। ਦੂਜੇ ਉਸਤਾਦ ਹਨ ਜਿਨ੍ਹਾਂ ਨੇ ਉਹਨਾਂ ਨੂੰ ਫਾਰਸੀ ਪੜ੍ਹਾਈ, ਉਹ ਹਨ ਮੌਲਵੀ ਕੁਤਬਦੀਨ। ਤੇ ਤੀਜੇ ਹਨ ਜਿਨ੍ਹਾਂ ਕੋਲੋਂ ਉਹਨਾਂ ਨੇ ਸੰਸਕ੍ਰਿਤ ਅੱਖਰ ਪੜ੍ਹੇ, ਉਹ ਹਨ ਪੰਡਿਤ ਬ੍ਰਿਜ ਲਾਲ ਜੀ। ਸੋ ਇੱਥੋਂ ਕਰਕੇ ਹੀ ਮੈਂ ਅੱਜ ਦੇ ਵਿਚਾਰ ਸ਼ੁਰੂ ਕਰਨਾ ਚਾਹਾਂਗਾ ਕਿ ਗੁਰੂ ਨਾਨਕ ਸਾਨੂੰ ਇਸ ਵਿਦਿਆ ਦੇ ਸੰਬੰਧ ਵਿੱਚ ਕੀ ਸੇਧ ਬਖਸ਼ਦੇ ਨੇ ਤੇ ਉਹਨਾਂ ਦਾ ਸਾਡੇ ਵੱਲ ਇਸ਼ਾਰਾ ਕੀ ਹੈ। ਇਸ ਸੰਸਾਰ ਦੇ ਅੰਦਰ ਜੋ ਸਾਡੀ ਵਿਦਿਅਕ ਪ੍ਰਣਾਲੀ ਹੈ, ਉਹ ਬੜੀ ਚੰਗੀ ਹੈ, ਮਾੜੀ ਨਹੀਂ। ਇਸ ਵਿਦਿਅਕ ਪ੍ਰਣਾਲੀ ਨੇ ਸਾਨੂੰ ਸੱਭਿਅਤਾ ਸਿਖਾਈ ਹੈ, ਅਸੀਂ ਧਨ ਕਿਵੇਂ ਕਮਾਉਣਾ ਹੈ ਇਹ ਸਿਖਾਇਆ ਹੈ, ਅਸੀਂ ਚੰਗੇ ਤੇ ਨੇਕ ਇਨਸਾਨ ਕਿਵੇਂ ਬਣ ਸਕਦੇ ਹਾਂ ਇਹ ਸਿਖਾਇਆ ਹੈ। ਇਹ ਜਿਹੜੀਆਂ ਸਾਇੰਸ ਦੀਆਂ ਸਹੂਲਤਾਂ ਨੇ ਸਾਡੇ ਕੋਲ ਅੱਜ, ਜਿਨ੍ਹਾਂ ਦਾ ਅਸੀਂ ਸੁੱਖ ਮਾਣ ਰਹੇ ਹਾਂ, ਇਹ ਸਭ ਉਸ ਵਿਦਿਆ ਦਾ ਹੀ ਹੁਨਰ ਹੈ, ਉਸ ਵਿਦਿਆ ਦੀ ਹੀ ਦੇਣ ਹੈ। ਪਰ ਗੁਰੂ ਨਾਨਕ ਸਾਹਿਬ ਦੇ ਮਤ ਮੁਤਾਬਕ
ਇਸ ਸਮੁੱਚੀ ਵਿਦਿਆ ਦੇ ਵਿੱਚੋਂ ਪਰਮਾਤਮਾ ਦਾ ਨਾਮ ਅਲੋਪ ਹੋ ਚੁੱਕਾ ਹੈ। ਅਸੀਂ ਵੇਖਦੇ ਹਾਂ ਆਪਣੇ ਸਕੂਲਾਂ ਕਾਲਜਾਂ ਵਿੱਚ ਭਾਵੇਂ ਕਿਤੇ ਨਾ ਕਿਤੇ ਥੋੜਾ ਬਹੁਤਾ ਧਰਮ ਪੜ੍ਹਾਇਆ ਜਾਂਦਾ ਹੈ। ਜਿਹੜਾ ਧਰਮ ਪੜ੍ਹਾਇਆ ਵੀ ਜਾਂਦਾ ਹੈ ਉਹਦੇ ਵਿੱਚ ਜੋ ਵਿਦਿਆਰਥੀਆਂ ਦੇ ਪੱਲੇ ਪੈਂਦਾ ਹੈ ਉਹ ਕੇਵਲ ਕਿੰਤੂ ਪਰੰਤੂ ਪੈਂਦਾ ਹੈ। ਇਸ ਤੋਂ ਵੱਧ ਉਹਨਾਂ ਦੇ ਪੱਲੇ ਕੁਝ ਨਹੀਂ ਪੈਂਦਾ। ਫਲਾਣਾ ਧਰਮ ਚੰਗਾ ਹੈ, ਫਲਾਣਾ ਧਰਮ ਮਾੜਾ ਹੈ, ਉਹਦੇ ਵਿੱਚ ਇਹ ਔਗਣ ਨੇ, ਉਹਦੇ ਵਿੱਚ ਉਹ ਗੁਣ ਨੇ, ਬਸ ਇੱਥੇ ਕਰਕੇ ਅਸੀਂ ਰੁਕ ਜਾਂਦੇ ਹਾਂ। ਗੁਰੂ ਨਾਨਕ ਸਾਹਿਬ ਦਾ ਜੋ ਮੱਤ ਹੈ ਕਿ ਵਿਦਿਆ ਦਾ ਜੋ ਸਾਨੂੰ ਫਾਇਦਾ ਹੋਣਾ ਚਾਹੀਦਾ ਸੀ ਉਹ ਨਹੀਂ ਹੋ ਪਾਇਆ। ਭਾਵੇਂ ਅਸੀਂ ਸੰਸਾਰ ਭਰ ਦੇ ਅੰਦਰ ਬੜੀਆਂ ਵੱਡੀਆਂ ਵੱਡੀਆਂ ਮੱਲਾਂ ਮਾਰੀਆਂ ਨੇ ਵਿਦਿਆ ਦੇ ਸਹਾਰੇ ਤੇ, ਪਰ ਅਸੀਂ ਸ਼ਾਇਦ ਮਨੁੱਖਤਾ ਤੋਂ ਜਾਂ ਇਨਸਾਨੀਅਤ ਤੋਂ ਦੂਰ ਚਲੇ ਗਏ ਹਾਂ। ਕਿਵੇਂ ਦੂਰ ਚਲੇ ਗਏ ਹਾਂ ਕਿ ਅੱਜ ਦਾ ਪੜ੍ਹਿਆ ਲਿਖਿਆ ਮਨੁੱਖ ਕੇਵਲ ਤੇ ਕੇਵਲ ਮਾਇਆ ਕਮਾਉਣ ਦੇ ਪਿੱਛੇ ਹੀ ਸਾਰੀ ਜ਼ਿੰਦਗੀ ਬਤੀਤ ਕਰ ਦਿੰਦਾ ਹੈ। ਸਾਰੇ ਨਹੀਂ, ਭਾਵੇਂ ਥੋੜੇ ਜਿਹੇ ਲੋਕ ਅਜਿਹੇ ਵੀ ਹੁੰਦੇ ਨੇ ਜੋ ਵਿਦਿਆ ਪੜ੍ਹ ਕੇ ਉਹ ਸੰਸਾਰ ਦੇ ਭਲੇ ਲਈ ਕਮਰ ਕੱਸਾ ਕਰ ਲੈਂਦੇ ਨੇ, ਪਰ ਬਹੁ ਗਿਣਤੀ ਉਹਨਾਂ ਹੀ ਲੋਕਾਂ ਦੀ ਏ ਜਿਹੜੇ ਪੜ੍ਹ ਲਿਖ ਕੇ ਇਸ ਮਾਇਆ ਨੂੰ ਕਮਾਉਣ ਲਈ ਭਾਵੇਂ ਉਹ ਧਰਮ ਦੀ ਕਿਰਤ ਵੀ ਕਰਦੇ ਨੇ, ਪਰ ਜ਼ਿਆਦਾਤਰ ਅੱਜ ਪੂਰੇ ਸੰਸਾਰ ਦੇ ਅੰਦਰ ਲੁੱਟ ਖਸੁੱਟ ਦਾ ਮਾਹੌਲ ਬਣਿਆ ਹੋਇਆ ਹੈ। ਇਹ ਕੋਈ ਅਨਪੜ੍ਹ ਲੋਕਾਂ ਨੇ ਨਹੀਂ ਕੀਤਾ, ਇਹ ਸਭ ਪੜ੍ਹੇ ਲਿਖੇ ਲੋਕ ਹੀ ਕਰ ਰਹੇ ਨੇ। ਸੋ ਗੁਰੂ ਨਾਨਕ ਦੇਵ ਜੀ ਦਾ ਮੱਤ ਹੈ ਕਿ ਸਾਡੀ ਇਸ ਪੜ੍ਹਾਈ ਦੇ ਅੰਦਰ, ਸਾਡੀ ਇਸ ਵਿਦਿਅਕ ਪ੍ਰਣਾਲੀ ਦੇ ਅੰਦਰ ਪਰਮੇਸ਼ਵਰ ਦੇ ਨਾਮ ਦਾ ਆ ਜਾਣਾ ਅਤੀ ਜ਼ਰੂਰੀ ਹੈ। ਜਿੰਨਾ ਚਿਰ ਪਰਮੇਸ਼ਵਰ ਦਾ ਨਾਮ ਕਿਵੇਂ ਜਪਣਾ ਹੈ, ਜਪਣ ਦਾ ਕੀ ਲਾਭ ਹੈ, ਉਸ ਮਾਲਕ ਨੂੰ ਹਰ ਵਕਤ ਕਿਵੇਂ ਅਸੀਂ ਯਾਦ ਰੱਖ ਸਕਦੇ ਹਾਂ, ਜਿੰਨਾ ਚਿਰ ਵਿਦਿਆਰਥੀਆਂ ਨੂੰ ਸਕੂਲਾਂ ਕਾਲਜਾਂ ਵਿੱਚ ਇਹ ਵਿਦਿਆ ਨਹੀਂ ਦਿੱਤੀ ਜਾਂਦੀ, ਉਨਾ ਚਿਰ ਸਾਡੇ ਸਕੂਲਾਂ ਤੇ ਕਾਲਜਾਂ ਵਿੱਚ ਬੱਚੇ ਬੱਚੀਆਂ ਉਹ ਇੱਕ ਤਰ੍ਹਾਂ ਨਾਲ ਅਸੀਂ ਸਾਰੇ ਜਾਣਦੇ ਹਾਂ ਕਿ ਕੁਰਾਏ ਪਏ ਹੋਏ ਨੇ। ਸਕੂਲਾਂ ਕਾਲਜਾਂ ਵਿੱਚ ਆਮ ਕਰਕੇ ਨਸ਼ੇ ਦੀ ਵਾਦੀ ਬੱਚਿਆਂ ਨੂੰ ਪੈ ਜਾਂਦੀ ਹੈ। ਆਮ ਕਰਕੇ ਉਹ ਬੁਰੇ ਪਾਸੇ ਪ੍ਰਵਿਰਤ ਹੋ ਜਾਂਦੇ ਨੇ ਤੇ ਫਿਰ ਜੋ ਕੁਛ ਉਹ ਜੀਵਨ ਵਿੱਚ ਕਰਦੇ ਨੇ ਉਹ ਵੀ ਕੋਈ ਬਹੁਤਾ ਸਾਨੂੰ ਅਧਿਆਤਮਕ ਪਹਿਲੂ ਤੋਂ ਲਾਭਕਾਰੀ ਜਾਂ ਗੁਣਕਾਰੀ ਨਜ਼ਰ ਨਹੀਂ ਆ ਰਿਹਾ। ਸਕੂਲਾਂ ਕਾਲਜਾਂ ਵਿੱਚ ਬੱਚੇ ਭੰਨ ਤੋੜ ਕਰਦੇ ਨੇ, ਇੱਥੋਂ ਤੱਕ ਕਤਲ ਤੱਕ ਹੁੰਦੇ ਨੇ, ਤੇ ਸਕੂਲਾਂ ਦੇ ਮਾਨਯੋਗ ਮਾਸਟਰ ਸਾਹਿਬਾਨ, ਅਧਿਆਪਕ ਸਾਹਿਬਾਨ, ਉਹਨਾਂ ਦਾ ਤੇ ਬੱਚਿਆਂ ਦਾ ਜੋ ਆਪਸੀ ਸੰਬੰਧ ਸੀ ਗੁਰੂ ਤੇ ਚੇਲੇ ਵਾਲਾ, ਉਹ ਵੀ ਕਿਤੇ ਅਲੋਪ ਹੋ ਗਿਆ ਹੈ। ਸਗੋਂ ਉਹਨਾਂ ਦਾ ਸੰਬੰਧ ਇੱਕ ਬੜਾ ਗਲਤ ਜਿਹਾ ਰੂਪ ਧਾਰਨ ਕਰ ਚੁੱਕਾ ਹੈ। ਗੁਰੂ ਨਾਨਕ ਸਾਹਿਬ ਸਾਨੂੰ ਇਸ ਵਿਦਿਆ ਵਾਸਤੇ ਕੁਝ ਇਸ਼ਾਰੇ ਕਰਦੇ ਨੇ। ਭਾਵੇਂ ਸਾਰੀ ਦੁਨੀਆ ਦੇ ਅੰਦਰ ਬੜੇ ਮਹਾਂਪੁਰਸ਼ ਹੋਏ ਨੇ, ਬੜੇ ਚੰਗੇ ਚੰਗੇ ਅਵਤਾਰ ਸੰਸਾਰ ਵਿੱਚ ਆਏ ਨੇ, ਪਰ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਸਾਡੇ ਜੀਵਨ ਦੇ ਹਰ ਪਹਿਲੂ ਤੋਂ ਸਾਨੂੰ ਗਿਆਨ ਬਖਸ਼ਿਆ ਹੈ, ਇਸ ਤਰ੍ਹਾਂ ਦਾ ਬਾਹਰ ਨਹੀਂ ਮਿਲਦਾ। ਸੋ ਗੁਰੂ ਨਾਨਕ ਸਾਹਿਬ ਜਦੋਂ ਪਹਿਲੀ ਵਾਰੀ 7 ਕੁ ਸਾਲਾਂ ਦੀ ਉਮਰ ਵਿੱਚ ਨੇ, ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਪੰਡਿਤ ਗੋਪਾਲ ਦੱਤ ਜਾਂ ਗੋਪਾਲ ਦਾਸ ਦੇ ਕੋਲ ਉਹਨਾਂ ਨੂੰ ਪੜ੍ਹਨ ਵਾਸਤੇ ਲੈ ਕੇ ਜਾਂਦੇ ਨੇ। ਉਹ ਹਿੰਦੀ ਦਾ ਉਸਤਾਦ ਹੈ, ਹਿੰਦੀ ਪੜ੍ਹਾਉਂਦਾ ਹੈ। ਉੱਥੇ ਲੈ ਕੇ ਗਏ। ਪੰਡਿਤ ਗੋਪਾਲ ਦਾਸ ਨੇ ਪੰਡਿਤ ਹਰਦਿਆਲ ਜੀ ਕੋਲੋਂ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਜਨਮ ਸਮੇਂ ਉਹਨਾਂ ਦਾ ਦਰਸ਼ਨ ਕੀਤਾ ਸੀ, ਉਹਨਾਂ ਦਾ ਨਾਂ ਰੱਖਿਆ ਸੀ ਤੇ ਉਸ ਸਮੇਂ ਦੇ ਮੁਤਾਬਕ ਜਨਮ ਪੱਤਰੀ ਵੀ ਬਣਾਈ ਸੀ। ਉਹਦੇ ਕੋਲੋਂ ਗੁਰੂ ਨਾਨਕ ਦੀਆਂ ਸਿਫਤਾਂ ਸੁਣ ਚੁੱਕੇ ਸਨ।
ਜਿਵੇਂ ਹੀ ਗੋਪਾਲ ਦਾਸ ਪਾਂਧੇ ਦੇ ਸਕੂਲ ਵਿੱਚ ਜਾਂ ਉਹਦੇ ਮਦਰਸੇ ਵਿੱਚ ਗੁਰੂ ਨਾਨਕ ਸਾਹਿਬ ਦਾ ਆਗਮਨ ਹੋਇਆ, ਉਹ ਚਾਅ ਨਾਲ ਭਰ ਗਿਆ। ਇੰਨੀ ਖੁਸ਼ੀ ਉਸ ਮਨੁੱਖ ਨੂੰ ਹੋਈ ਕਿ ਬਿਆਨ ਨਹੀਂ ਕੀਤੀ ਜਾ ਸਕਦੀ। ਉਹਨੇ ਇਸ ਤਰ੍ਹਾਂ ਮਹਿਸੂਸ ਕੀਤਾ ਕਿ ਅੱਜ ਗੁਰੂ ਨਾਨਕ ਮੇਰੇ ਸਕੂਲ ਵਿੱਚ ਆਏ ਨੇ, ਉਹ ਮੇਰਾ ਵੀ ਭਲਾ ਕਰਨਗੇ ਤੇ ਜਿਹੜੇ ਮੇਰੇ ਕੋਲ ਵਿਦਿਆਰਥੀ ਪੜ੍ਹਨ ਲਈ ਆਉਂਦੇ ਨੇ ਉਹਨਾਂ ਦਾ ਵੀ ਜ਼ਰੂਰ ਭਲਾ ਹੋਏਗਾ, ਕਿਉਂਕਿ ਉਹ ਪੰਡਿਤ ਹਰਦਿਆਲ ਕੋਲੋਂ ਗੁਰੂ ਸਾਹਿਬ ਦੀ ਸਿਫਤ ਸੁਣ ਚੁੱਕਾ ਸੀ। ਗੁਰੂ ਨਾਨਕ ਸਾਹਿਬ ਨੂੰ ਜਦੋਂ ਦਾਖਲ ਕਰਵਾਉਣਾ ਸੀ, ਉਸ ਵਕਤ ਦੀ ਇੱਕ ਪਰੰਪਰਾ ਹੁੰਦੀ ਸੀ, ਮਾਪੇ ਕੁਝ ਮਿੱਠਾ ਲੈ ਕੇ ਜਾਂਦੇ ਸਨ ਥਾਲ ਵਿੱਚ, ਕੁਝ ਉਸਤਾਦ ਵਾਸਤੇ ਉਹਦੇ ਸਤਿਕਾਰ ਲਈ ਕੋਈ ਮਾਇਆ, ਕੋਈ ਦਾਨ ਦੇ ਰੂਪ ਵਿੱਚ, ਸੇਵਾ ਦੇ ਰੂਪ ਵਿੱਚ ਭੇਟਾ ਦੀ ਤਰ੍ਹਾਂ ਲੈ ਕੇ ਜਾਂਦੇ ਸਨ। ਪਿਤਾ ਕਲਿਆਣ ਚੰਦ ਜੀ ਜਿੱਥੇ ਪੰਡਿਤ ਗੋਪਾਲ ਦਾਸ ਜੀ ਲਈ ਸੋਹਣੇ ਬਸਤਰ ਲੈ ਕੇ ਗਏ, ਕੁਝ ਮਾਇਆ ਲੈ ਕੇ ਗਏ, ਉੱਥੇ ਉਹਨਾਂ ਨੇ ਥਾਲ ਦੇ ਵਿੱਚ ਕੁਝ ਸ਼ੱਕਰ ਪਾਈ ਹੋਈ ਸੀ। ਜਿਵੇਂ ਹੀ ਉਹਨਾਂ ਨੇ ਗੋਪਾਲ ਦਾਸ ਅੱਗੇ ਉਹ ਆਪਣੀ ਪ੍ਰੇਮ ਭੇਟਾ ਰੱਖੀ ਤੇ ਇਤਿਹਾਸ ਵਿੱਚ ਇਸ ਤਰ੍ਹਾਂ ਹੀ ਲਿਖਿਆ ਹੈ ਕਿ ਅਚਾਨਕ ਉਹ ਥਾਲੀ ਕਿਸੇ ਦੇ ਹੱਥੋਂ ਥੱਲੇ ਡਿੱਗ ਪਈ। ਉਹ ਜਿਹੜੀ ਸ਼ੱਕਰ ਸੀ ਉਹ ਖਿੱਲਰ ਗਈ, ਡੁੱਲ ਗਈ। ਵਿਦਿਆਰਥੀ ਸਨ ਆਪਾਂ, ਬੱਚਿਆਂ ਦਾ ਤੇ ਹਾਲ ਆਪਾਂ ਨੂੰ ਪਤਾ ਹੀ, ਇੱਕਦਮ ਭੱਜੇ ਤੇ ਭੱਜ ਕੇ ਉਹ ਸ਼ੱਕਰ ਚੁੱਕ ਕੇ ਖਾਣ ਲੱਗ ਪਏ। ਪੰਡਿਤ ਗੋਪਾਲ ਦਾਸ ਨੇ ਆਖਿਆ, ਗੁਰੂ ਨਾਨਕ, ਤੂੰ ਮੇਰੇ ਸਕੂਲ ਵਿੱਚ ਪਹਿਲੇ ਦਿਨ ਆਇਆ ਏ ਤੇ ਤੂੰ ਮੇਰੇ ਸਕੂਲ ਵਿੱਚ ਮਾਨੋ ਲੰਗਰ ਹੀ ਲਗਾ ਦਿੱਤਾ ਏ। ਔਰ ਉਹ ਲੰਗਰ ਗੁਰੂ ਨਾਨਕ ਸਾਹਿਬ ਨੇ ਫਿਰ 20 ਰੁਪਈਆਂ ਨਾਲ ਲਾਇਆ। ਫਿਰ ਜਿੱਥੇ ਜਿੱਥੇ ਵੀ ਗਏ ਉਹਨਾਂ ਨੇ ਲੰਗਰ ਦੀ ਪ੍ਰਥਾ ਜਾਰੀ ਕੀਤੀ। ਅੱਜ ਦੁਨੀਆ ਭਰ ਦੇ ਅੰਦਰ ਕਿਤੇ ਵੀ ਜ਼ਰੂਰਤ ਪੈਂਦੀ ਏ, ਵੈਸੇ ਤੇ ਆਮ ਗੁਰੂ ਘਰਾਂ ਵਿੱਚ ਲੰਗਰ ਹਰ ਇੱਕ ਨੂੰ ਮਿਲਦਾ ਹੈ, ਕੋਈ ਵੀ ਆਵੇ, ਰਾਤ ਆਵੇ, ਦਿਨੇ ਆਵੇ। ਪਰ ਜਿੱਥੇ ਜਿੱਥੇ ਕੁਝ ਕੁਦਰਤੀ ਆਫਤਾਂ ਆਉਂਦੀਆਂ ਨੇ, ਉੱਥੇ ਸਿੱਖ ਸੰਗਤਾਂ ਵੱਲੋਂ ਗੁਰੂ ਨਾਨਕ ਦੀ ਬਖਸ਼ਿਸ਼ ਉਹ ਲੰਗਰ ਸਭ ਤੋਂ ਵੱਧ ਮਾਤਰਾ ਵਿੱਚ ਮੌਜੂਦ ਕਰਵਾਇਆ ਜਾਂਦਾ ਹੈ ਜਾਂ ਉਪਲਬਧ ਕਰਵਾਇਆ ਜਾਂਦਾ ਹੈ। ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਵੱਡੀ ਦੇਣ ਹੈ। ਪੰਡਿਤ ਜੀ ਨੇ ਆਖਿਆ, ਬੇਟਾ ਗੁਰੂ ਨਾਨਕ, ਉਦੋਂ ਗੁਰੂ ਤੇ ਨਹੀਂ ਸਨ ਆਖਦੇ, ਮੈਂ ਆਖ ਰਿਹਾ ਨਾਨਕ, ਬੈਠੋ ਕਲਾਸ ਵਿੱਚ ਤੇ ਅੱਜ ਆਪਾਂ ਪੜ੍ਹਾਈ ਸ਼ੁਰੂ ਕਰਦੇ ਹਾਂ। ਤੇ ਜਨਮ ਸਾਖੀ ਪਰੰਪਰਾ ਵਾਲਿਆਂ ਨੇ ਲਿਖਿਆ ਹੈ ਕਿ ਜਿਹੜੀ ਪੱਟੀ ਲਿਆਂਦੀ ਗਈ ਸੀ, ਜਿਸ ਨੂੰ ਆਪਾਂ ਫੱਟੀ ਆਖ ਸਕਦੇ ਹਾਂ, ਤਖਤੀ ਆਖ ਸਕਦੇ ਹਾਂ, ਪੁਰਾਣੇ ਸਮੇਂ ਵਿੱਚ ਇੱਕ ਤਖਤੀ ਹੁੰਦੀ ਸੀ ਜਿਹਦੇ ਉੱਤੇ ਉਸਤਾਦ ਲੋਕ ਪੂਰਨੇ ਪਾਉਂਦੇ, ਪਹਿਲਾਂ ਪੈਨਸਿਲ ਨਾਲ ਜਾਂ ਕਿਸੇ ਕਾਲੇ ਕੋਇਲੇ ਆਦਿਕ ਨਾਲ, ਤੇ ਉਹਦੇ ਉੱਤੇ ਬੱਚੇ ਵਿਦਿਆਰਥੀ ਲਿਖਿਆ ਕਰਦੇ ਸਨ। ਇੱਥੋਂ ਪੜ੍ਹਾਈ ਸ਼ੁਰੂ ਹੁੰਦੀ ਸੀ। ਪਿਤਾ ਕਲਿਆਣ ਚੰਦ ਜੀ ਜਿਹੜੀ ਪੱਟੀ ਲੈ ਕੇ ਗਏ ਸਨ, ਤਖਤੀ ਲੈ ਕੇ ਗਏ ਸਨ ਆਪਣੇ ਬੱਚੇ, ਆਪਣੇ ਪੁੱਤਰ ਦੇ ਵਿਦਿਆ ਸਿੱਖਣ ਵਾਸਤੇ, ਪੰਡਿਤ ਗੋਪਾਲ ਦਾਸ ਨੇ ਉਹ ਪੱਟੀ ਫੜੀ ਪਿਤਾ ਜੀ ਕੋਲੋਂ ਤੇ ਉਹਦੇ ਉੱਤੇ ਜਨਮ ਸਾਖੀ ਪਰੰਪਰਾ ਦੇ ਲਿਖਣ ਮੁਤਾਬਕ ਲੰਡਿਆਂ ਦੀ ਪੱਟੀ ਲਿਖੀ, ਮੁਹਾਰਨੀ ਲਿਖੀ, ਅੱਖਰ ਲਿਖੇ, ਜਿਸ ਨੂੰ ਅੱਜ ਅਸੀਂ ਗੁਰਮੁਖੀ ਵਿੱਚ 35 ਅੱਖਰ ਆਖਦੇ ਹਾਂ। ਉਹ ਲਿਖ ਕੇ ਦਿੱਤੇ ਤੇ ਗੁਰੂ ਨਾਨਕ ਦੇਵ ਜੀ ਦੇ ਹੱਥ ਵਿੱਚ ਉਹ ਪੱਟੀ ਫੜਾ ਦਿੱਤੀ ਤੇ ਆਖਿਆ, ਪੁੱਤਰ ਬੈਠ ਜਾ ਇਹਨਾਂ ਵਿਦਿਆਰਥੀਆਂ ਦੇ ਨਾਲ ਤੇ ਇਹਨਾਂ ਦੇ ਉੱਤੇ ਅੱਖਰ ਬਣਾ ਜੋ ਮੈਂ ਤੈਨੂੰ ਲਿਖ ਕੇ ਦਿੱਤੇ ਨੇ। ਉਹਨੇ 7 ਬਚਨ ਆਖ ਕੇ ਪੱਟੀ ਫੜੀ ਤੇ ਵਿਦਿਆਰਥੀਆਂ ਵਿੱਚ ਲਿਖਣ ਲਈ ਇੱਕ ਪਾਸੇ ਹੋ ਕੇ ਬੈਠ ਗਏ ਤੇ ਉਹਨਾਂ ਨੇ ਫਿਰ ਜਿਹੜੀ ਪੱਟੀ ਲਿਖੀ ਉਹ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਉਹ ਪੱਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 432 ਤੇ ਮੌਜੂਦ ਹੈ। ਉਹ 18 ਸ਼ਲੋਕਾਂ ਤੇ ਆਧਾਰਿਤ ਹੈ ਰਾਗ ਆਸਾ ਦੇ ਅੰਦਰ। ਸੋ ਜੇ ਤੁਸੀਂ ਠੀਕ ਸਮਝੋ ਤੇ ਮੈਂ ਤੇ ਉਸ ਪੱਟੀ ਵਿੱਚੋਂ ਕੁਝ ਬਚਨ ਹੀ ਤੁਹਾਡੇ ਨਾਲ ਸਾਂਝੇ ਕਰਨੇ ਨੇ ਇੰਨੇ ਸਮੇਂ ਵਿੱਚ। ਤੁਸੀਂ ਉਸ ਸਾਰੀ ਪੱਟੀ ਨੂੰ ਪੜ੍ਹਨਾ
ਤੇ ਤੁਸੀਂ ਆਪ ਮਹਿਸੂਸ ਕਰ ਪਾਓਗੇ ਕਿ ਜੇ ਅੱਜ ਸਾਡੇ ਸਕੂਲਾਂ ਵਿੱਚ ਤੇ ਕਾਲਜਾਂ ਵਿੱਚ ਗੁਰੂ ਨਾਨਕ ਦੇਵ ਜੀ ਦੀ ਲਿਖੀ ਹੋਈ ਉਹ ਪੱਟੀ ਪੜ੍ਹਾਈ ਜਾਏ ਵਿਦਿਆਰਥੀਆਂ ਨੂੰ, ਤੇ ਵਿਦਿਆਰਥੀਆਂ ਦਾ ਜੀਵਨ ਸੰਤਾਂ ਭਗਤਾਂ ਮਹਾਂਪੁਰਸ਼ਾਂ ਵਾਲਾ ਜੀਵਨ ਬਣ ਸਕਦਾ ਹੈ। ਜਿੱਥੇ ਉਹ ਦੁਨਿਆਵੀ ਵਿੱਦਿਆ ਸਿੱਖਦੇ ਨੇ, ਉਹਦੇ ਨਾਲ ਨਾਲ ਉਹਨਾਂ ਦੇ ਅੰਦਰ ਅਧਿਆਤਮਿਕਤਾ ਆ ਸਕਦੀ ਏ, ਤੇ ਉਹ ਆਪਣੇ ਇਸ ਵਿਦਿਆਰਥੀ ਜੀਵਨ ਵਿੱਚ ਹੀ, ਜਦੋਂ ਕਿ ਅਸੀਂ ਆਪਣੀ ਉਮਰ ਦੇ ਅਖੀਰਲਿਆਂ ਸਾਲਾਂ ਵਿੱਚ, ਜਦੋਂ ਅਸੀਂ ਮਰਨ ਕਿਨਾਰੇ ਹੁੰਨੇ ਆ, ਉਦੋਂ ਚਾਹ ਰਹੇ ਹੁੰਨੇ ਆ ਕਿ ਸਾਨੂੰ ਕੋਈ ਅਧਿਆਤਮਿਕਤਾ ਸਿਖਾ ਦੇਵੇ। ਅਸੀਂ ਹੁਣ ਕੋਈ ਰੱਬ ਦੇ ਨਾਂ ਦੀ ਗੱਲ ਕਰ ਸਕੀਏ, ਕੋਈ ਸੁਣ ਸਕੀਏ, ਕੋਈ ਪੜ੍ਹ ਸਕੀਏ, ਤੇ ਸਾਡਾ ਜੀਵਨ ਚੰਗਾ ਜੀਵਨ ਜਾਂ ਸਫਲ ਜੀਵਨ ਬਣ ਜਾਏ। ਇਹ ਕਾਰਜ ਜੇ ਸਕੂਲਾਂ ਕਾਲਜਾਂ ਵਿੱਚ ਕਰਵਾਇਆ ਜਾਏ ਤੇ ਅਸੀਂ ਆਪਣੇ ਵਿਦਿਆਰਥੀ ਜੀਵਨ ਵਿੱਚ ਉਹ ਕੁਝ ਗੁਜ਼ਰ ਸਕਦੇ ਹਾਂ ਜੋ ਇੱਕ ਮਹਾਂਪੁਰਸ਼ ਕਰਦੇ ਨੇ। ਸੋ ਸਤਿਗੁਰੂ ਜੀ ਨੇ ਜਿਹੜੀ ਪੱਟੀ ਲਿਖੀ, ਉਹਨਾਂ ਨੇ, ਉਸਤਾਦ ਜੀ ਨੇ ਲੰਡਿਆਂ ਦੇ ਅੱਖਰ ਲਿਖ ਕੇ ਦਿੱਤੇ ਸਨ, ਤੇ ਉਹਨਾਂ ਦੇ ਅੱਗੇ ਗੁਰੂ ਨਾਨਕ ਸਾਹਿਬ ਨੇ ਪੂਰਾ ਸ਼ਲੋਕ ਲਿਖ ਦਿੱਤਾ। ਉਸ ਨੂੰ ਪੁਰਾਣੇ ਸਮੇਂ ਵਿੱਚ ਸਿੱਧੰਗਾਇਆ ਆਖਿਆ ਜਾਂਦਾ ਸੀ ਲੰਡਿਆਂ ਦੀ ਬੋਲੀ ਵਿੱਚ। ਸੋ ਉਹ ਪੱਟੀ ਲਿਖ ਦਿੱਤੀ, ਲਿਖ ਕੇ ਪੱਟੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਉਸਤਾਦ ਨੂੰ ਫੜਾਈ। ਉਸਤਾਦ ਨੇ ਜਦੋਂ ਪੱਟੀ ਵੇਖੀ, ਉਹ ਬੜਾ ਹੈਰਾਨ ਹੋਇਆ, ਤੇ ਉਸਨੇ ਜੋ ਉਹਦੇ ਮਨ ਵਿੱਚ ਵਿਚਾਰ ਆਏ ਸੀ ਨਾ, ਜਦੋਂ ਗੁਰੂ ਨਾਨਕ ਸਕੂਲ ਵਿੱਚ ਦਾਖਲ ਹੋਏ ਸਨ, ਉਸ ਗੱਲ ਨੂੰ ਪੂਰਿਆਂ ਹੁੰਦਿਆਂ ਤੱਕ ਲਿਆ ਕਿ ਮੈਂ ਸੋਚਦਾ ਸਾਂ ਕਿ ਗੁਰੂ ਨਾਨਕ ਮੇਰਾ ਤੇ ਮੇਰੇ ਵਿਦਿਆਰਥੀਆਂ ਦਾ ਭਲਾ ਕਰਨਗੇ। ਉਹ ਮੇਰੀ ਸੋਚ ਇੱਕਦਮ ਸਹੀ ਨਿਕਲੀ ਏ। ਜੋ ਗੁਰੂ ਨਾਨਕ ਨੇ ਇਹ ਹਰਫ ਲਿਖ ਦਿੱਤੇ ਨੇ, ਇਹ ਮੈਂ ਅੱਜ ਤੱਕ ਜ਼ਿੰਦਗੀ ਵਿੱਚ ਨਾ ਪੜ੍ਹੇ ਨੇ ਤੇ ਨਾ ਹੀ ਮੈਂ ਸੁਣੇ ਨੇ। ਉਹਨਾਂ ਨੇ ਕੀ ਲਿਖਿਆ, ਆਓ ਆਪਾਂ ਉਸ ਨੂੰ ਵੇਖਦੇ ਹਾਂ। ਪਰ ਉਸ ਨੂੰ ਵੇਖਣ ਤੋਂ ਪਹਿਲਾਂ ਮੈਂ ਇੱਕ ਗੱਲ ਤੁਹਾਡੇ ਨਾਲ ਓੰਕਾਰ ਬਾਣੀ ਵਿੱਚੋਂ ਕਰਨਾ ਚਾਹੁੰਦਾ ਹਾਂ। ਇਹ ਜੋ ਪੌੜੀ ਤੁਹਾਡੇ ਸਾਹਮਣੇ ਹੈ, ਇਹ ਓੰਕਾਰ ਬਾਣੀ ਦੀ ਅਖੀਰਲੀ ਪੌੜੀ ਏ, ਜਿਸ ਵਿੱਚ ਉਹ ਕੁਝ ਪਾਂਧੇ ਦੇ ਪ੍ਰਤੀ ਆਖ ਰਹੇ ਨੇ। ਪਾਂਧੇ ਦਾ ਮਤਲਬ ਹੁੰਦਾ ਹੈ ਪੜ੍ਹਾਉਣ ਵਾਲਾ, ਤੇ ਜੇ ਇਹਨੂੰ ਅਸੀਂ ਗੁਰਮੁਖੀ ਵਿੱਚ ਇਹਦੇ ਅਰਥ ਕਰਨੇ ਹੋਣ ਤੇ ਇੱਕ ਹੁੰਦਾ ਹੈ ਪੰਧ, ਇੱਕ ਹੁੰਦਾ ਹੈ ਪਾਂਧੀ, ਤੇ ਇੱਕ ਹੁੰਦਾ ਹੈ ਪਾਂਧਾ। 3 ਅੱਖਰ, ਇਹ 3 ਸ਼ਬਦ ਤੁਸੀਂ ਧਿਆਨ 'ਚ ਰੱਖਣਾ। ਪੰਧ ਹੁੰਦਾ ਹੈ ਰਸਤਾ, ਜਿਸ ਦੇ ਉੱਤੇ ਅਸੀਂ ਤੁਰਦੇ ਹਾਂ ਤੇ ਆਪਣੀ ਮੰਜ਼ਿਲ ਤੇ ਪਹੁੰਚਦੇ ਹਾਂ। ਪਾਂਧੀ ਹੁੰਦਾ ਹੈ ਤੁਰਨ ਵਾਲਾ, ਮੁਸਾਫਰ, ਤੇ ਪਾਂਧਾ ਹੁੰਦਾ ਹੈ ਰਸਤਾ ਦੱਸਣ ਵਾਲਾ। ਸੋ ਇੱਥੇ ਇਹਨੂੰ ਪਾਂਧਾ ਕਿਉਂ ਆਖਿਆ ਜਾਂਦਾ ਹੈ? ਇਸ ਲਈ ਆਖਿਆ ਜਾਂਦਾ ਸੀ ਉਸਤਾਦ ਨੂੰ ਪਾਂਧਾ ਕਿ ਉਹ ਸਾਨੂੰ ਵਿਦਿਆਰਥੀਆਂ ਨੂੰ ਜੀਵਨ ਦਾ ਸਹੀ ਰਸਤਾ ਵਿਖਾਉਣ ਵਾਲਾ ਹੈ, ਕੇਵਲ ਅੱਖਰ ਪੜ੍ਹਾਉਣ ਵਾਲਾ ਨਹੀਂ। ਅੱਜ ਸਕੂਲਾਂ ਕਾਲਜਾਂ ਵਿੱਚ ਕੇਵਲ ਅੱਖਰ ਪੜ੍ਹਾਏ ਜਾਂਦੇ ਨੇ। ਪੁਰਾਣਿਆਂ ਸਮਿਆਂ ਵਿੱਚ ਜਦੋਂ ਇਹ ਵਿੱਦਿਆ ਸਾਨੂੰ ਗੁਰਦੁਆਰਿਆਂ, ਮੰਦਰਾਂ ਜਾਂ ਧਰਮ ਸਥਾਨਾਂ 'ਚੋਂ ਮਿਲਦੀ ਸੀ, ਉਦੋਂ ਸਾਨੂੰ ਅੱਖਰਾਂ ਦੀ ਵਿੱਦਿਆ ਦੇ ਨਾਲ ਜੀਵਨ ਉੱਚਾ ਕਿਵੇਂ ਬਣਾਇਆ ਜਾਏ, ਜੀਵਨ ਚੰਗਾ ਕਿਵੇਂ ਬਣਾਇਆ ਜਾਏ, ਅਸੀਂ ਇੱਕ ਚੰਗੇ ਇਨਸਾਨ ਕਿਵੇਂ ਬਣ ਸਕਦੇ ਹਾਂ, ਸਾਨੂੰ ਜ਼ਿੰਦਗੀ ਦੀਆਂ ਕਦਰਾਂ ਤੇ ਕੀਮਤਾਂ ਵੀ ਸਿਖਾਈਆਂ ਜਾਂਦੀਆਂ ਸਨ। ਗੁਰੂ ਨਾਨਕ ਸਾਹਿਬ ਪਾਂਧੇ ਦੇ ਬਾਰੇ ਗੱਲ ਕਰਦੇ ਨੇ, ਪਾਂਧਾ ਕਿਹੋ ਜਿਹਾ ਹੋਣਾ ਚਾਹੀਦਾ ਹੈ। ਜੇ ਪਾਂਧਾ ਚੰਗਾ ਹੋਏਗਾ ਤੇ ਪਾਂਧੀ ਦਾ ਪੰਧ ਸਹੀ ਢੰਗ ਨਾਲ ਤੈਅ ਹੋ ਪਾਏਗਾ। ਜੇ ਰਸਤਾ ਦੱਸਣ ਵਾਲਾ ਹੀ ਬੰਦਾ ਚੰਗਾ ਨਾ ਹੋਇਆ ਤੇ ਜਿਹੜਾ ਰਾਹ ਤੇ ਤੁਰਿਆ ਜਾਂਦਾ ਮੁਸਾਫਰ, ਉਹ ਕਿਤੇ ਵੀ ਭਟਕ ਸਕਦਾ ਹੈ ਤੇ ਉਹ ਆਪਣੇ ਪੰਧ ਨੂੰ ਸਹੀ ਮਾਇਨਿਆਂ ਵਿੱਚ ਤੈਅ ਨਹੀਂ ਕਰ ਪਾਏਗਾ ਤੇ ਮੰਜ਼ਿਲ ਤੇ ਕਦੇ ਨਹੀਂ ਪਹੁੰਚ ਪਾਏਗਾ। ਆਪ ਜੀ ਫਰਮਾਉਂਦੇ ਨੇ, ਪਾਂਧਾ ਗੁਰਮੁਖ ਆਖੀਐ ਚਾਟੜਿਆ ਮਤ ਦੇ, ਉਸ
ਪੰਧ ਦੱਸਣ ਵਾਲੇ ਨੂੰ, ਉਸ ਜੀਵਨ ਦਾ ਸਹੀ ਰਸਤਾ ਸਿਖਾਉਣ ਵਾਲੇ ਨੂੰ ਤਾਂ ਹੀ ਚੰਗਾ ਪੰਧ ਯਾਨੀ ਗੁਰਮੁਖ ਆਖਿਆ ਜਾ ਸਕਦਾ ਹੈ ਜੇ ਆਪਣੇ ਵਿਦਿਆਰਥੀਆਂ ਨੂੰ ਉਹ ਚੰਗੀ ਮੱਤ ਦੇਵੇ। ਕਿਹੜੀ ਮੱਤ ਦੇਵੇ? ਉਹ ਆਪਣੇ ਵਿਦਿਆਰਥੀਆਂ ਨੂੰ ਇਹ ਗੱਲ ਆਖੇ, ਨਾਮ ਸੰਭਾਲੋ। ਮੇਰੇ ਵਿਦਿਆਰਥੀਓ, ਪਰਮੇਸ਼ਵਰ ਦੇ ਨਾਮ ਨੂੰ ਹਿਰਦੇ ਵਿੱਚ ਪੱਕਿਆਂ ਕਰੋ। ਦੁਨਿਆਵੀ ਵਿਦਿਆ ਤੁਹਾਨੂੰ ਮਿਲੇਗੀ, ਤੁਸੀਂ ਦੁਨੀਆ ਵਿੱਚ ਇਸ ਵਿਦਿਆ ਦੇ ਬਲ ਬੋਤੇ ਤੇ ਮਾਨ ਇੱਜ਼ਤ, ਉੱਚੀਆਂ ਪਦਵੀਆਂ, ਧਨ ਪਦਾਰਥ ਸਭ ਕੁਝ ਪਾਓਗੇ, ਪਰ ਨਾਮ ਸੰਭਾਲਣ ਤੋਂ ਬਿਨਾਂ ਤੁਹਾਡਾ ਜੀਵਨ ਸਫਲ ਨਹੀਂ ਹੋਣਾ। ਨਾਮ ਸੰਭਾਲੋ। ਉਸ ਪੰਧ ਨੂੰ ਗੁਰਮੁਖ ਪੰਧ ਆਖਿਆ ਜਾ ਸਕਦਾ ਹੈ ਜਿਹੜਾ ਆਪਣੇ ਵਿਦਿਆਰਥੀਆਂ ਨੂੰ ਆਹ ਅਕਲ ਸਿਖਾਏ। ਨਾਮ ਸੰਭਾਲੋ, ਨਾਮ ਸੰਗ ਰਹੋ, ਨਾਮ ਨੂੰ ਇਕੱਠਾ ਕਰੋ ਆਪਣੇ ਜੀਵਨ ਵਿੱਚ। ਭਾਵ ਇੱਥੇ ਨਾਮ ਤੋਂ ਹੀ ਸ਼ੁਭ ਗੁਣਾਂ ਨੂੰ ਇਕੱਠਿਆਂ ਕਰੋ। ਸ਼ੁਭ ਗੁਣਾਂ ਦੇ ਆਧਾਰਿਤ ਆਪਣਾ ਜੀਵਨ ਜੀਵੋ ਤੇ ਪਰਮਾਤਮਾ ਦੇ ਨਾਮ ਨੂੰ ਹਰ ਵਕਤ ਯਾਦ ਰੱਖੋ। ਲਾਹਾ ਜਗ ਮਹਿ ਲੇ, ਇਹ ਹੈ ਲਾਭ ਤੁਹਾਡੇ ਜੀਵਨ ਦਾ ਜੋ ਤੁਸੀਂ ਇਸ ਜਗਤ ਵਿੱਚ ਆ ਕੇ ਪ੍ਰਾਪਤ ਕਰਨਾ ਹੈ। ਉਸ ਲਾਭ ਨੂੰ ਪ੍ਰਾਪਤ ਕਰੋ। ਉਹ ਪੰਧ ਗੁਰਮੁਖ ਹੈ ਜਿਹੜਾ ਇਹ ਮੱਤ ਦੇਵੇ ਆਪਣੇ ਵਿਦਿਆਰਥੀਆਂ ਨੂੰ। ਅੱਗੇ ਕੀ ਆਖਦੇ ਨੇ ਸਤਿਗੁਰੂ? ਸੱਚੀ ਪੱਟੀ ਸੱਚ ਮਨ, ਪੜ੍ਹੀਐ ਸ਼ਬਦ ਸੋ ਸਾਰ। ਸਾਰ ਦਾ ਮਤਲਬ ਹੁੰਦਾ ਹੈ ਤੱਤ, ਅਸਲੀਅਤ, ਸਚਾਈ। ਅਸਲ ਵਿੱਚ ਉਹੋ ਹੀ ਪੱਟੀ ਸੱਚੀ ਏ, ਉਹੋ ਹੀ ਤਖਤੀ ਸੱਚੀ ਏ, ਉਹੋ ਹੀ ਮਨ ਸੱਚਾ ਏ। ਜਿਸ ਮਨ ਰੂਪ ਤਖਤੀ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਰੂਪ ਸ਼ਬਦ ਲਿਖਿਆ ਜਾਏ ਤੇ ਉਸ ਨੂੰ ਫਿਰ ਬਾਰ-ਬਾਰ ਪੜ੍ਹਿਆ ਜਾਏ, ਬਾਰ-ਬਾਰ ਚੇਤੇ ਕੀਤਾ ਜਾਏ। ਨਾਨਕ ਸੋ ਪੜ੍ਹਿਆ ਸੋ ਪੰਡਿਤ ਬੀਨਾ, ਜਿਸ ਰਾਮ ਨਾਮ ਗਲ ਹਾਰ। ਸਤਿਗੁਰੂ ਆਖਦੇ ਨੇ, ਐ ਪੰਡਤ ਜੀ, ਅਸਲ ਵਿੱਚ ਉਹੋ ਹੀ ਪੜ੍ਹਿਆ ਲਿਖਿਆ ਵਿਦਵਾਨ ਮੰਨਿਆ ਜਾਂ ਆਖਿਆ ਜਾ ਸਕਦਾ ਹੈ। ਉਸੇ ਨੂੰ ਹੀ ਸਿਆਣਾ ਪ੍ਰਵੀਨ ਪੰਡਿਤ ਆਖਿਆ ਜਾ ਸਕਦਾ ਹੈ ਜਿਹਦੇ ਗਲੇ ਵਿੱਚ ਪਰਮੇਸ਼ਵਰ ਦੇ ਨਾਮ ਰੂਪ ਹਾਰ ਪੈ ਗਿਆ ਹੋਵੇ। ਹਾਰ ਤੋਂ ਮਤਲਬ ਕੀ ਹੈ? ਗੁਰੂ ਜੀ ਇੱਕ ਉਦਾਹਰਨ ਹੀ ਲੈ ਰਹੇ ਨੇ। ਜਿਵੇਂ ਜਦੋਂ ਸਾਡੇ ਗਲੇ ਵਿੱਚ ਕੋਈ ਹਾਰ ਹੁੰਦਾ ਹੈ ਤੇ ਉਹ ਸਾਡੇ ਨਾਲ ਇੰਨਾ ਨੇੜੇ ਹੁੰਦਾ ਹੈ ਕਿ ਸਾਡੇ ਸਰੀਰ ਨੂੰ ਪੂਰਨ ਤੌਰ ਤੇ ਉਹ ਛੂਹ ਰਿਹਾ ਹੁੰਦਾ ਹੈ। ਇਸ ਤਰ੍ਹਾਂ ਪਰਮੇਸ਼ਵਰ ਦਾ ਨਾਮ ਰੂਪ ਤੁਸੀਂ ਆਪਣੇ ਕੰਠ ਰੂਪ ਗਲੇ ਵਿੱਚ ਧਾਰਨ ਕਰ ਲੈਣਾ ਹੈ। ਜਿਵੇਂ ਗਲ ਵਿੱਚ ਪਾਇਆ ਹੋਇਆ ਹਾਰ ਤੁਹਾਡੇ ਸਰੀਰ ਦਾ ਇੱਕ ਅੰਗ ਬਣ ਜਾਂਦਾ ਹੈ, ਇਸ ਤਰ੍ਹਾਂ ਤੁਹਾਡੇ ਕੰਠ ਰੂਪ ਗਲੇ ਦੇ ਵਿੱਚ ਪਿਆ ਹੋਇਆ ਪਰਮੇਸ਼ਵਰ ਦੇ ਨਾਮ ਰੂਪ ਹਾਰ ਤੁਹਾਡੇ ਜੀਵਨ ਦਾ, ਤੁਹਾਡੇ ਸਰੀਰ ਦਾ ਇੱਕ ਅੰਗ ਬਣ ਜਾਏ। ਜੇ ਇਸ ਤਰ੍ਹਾਂ ਹੋ ਜਾਏ ਤੇ ਉਸ ਪੰਧ ਨੂੰ ਗੁਰਮੁਖ ਆਖਿਆ ਜਾ ਸਕਦਾ ਹੈ ਜਿਹੜਾ ਆਪਣੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੀ ਸਿੱਖਿਆ ਦੇ ਕੇ ਉਹਨਾਂ ਨੂੰ ਸਹੀ ਜੀਵਨ ਮਾਰਗ ਉੱਤੇ ਲਿਆ ਕੇ ਖੜਾ ਕਰ ਦੇਵੇ ਤੇ ਅੱਗੇ ਤੁਰਨ ਦੀ ਪ੍ਰੇਰਨਾ ਕਰੇ। ਆਓ ਹੁਣ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਲਿਖੀ ਹੋਈ ਪੱਟੀ ਵੱਲ ਝਾਤੀ ਮਾਰਦੇ ਹਾਂ। ਉਸ ਪੱਟੀ ਵਿੱਚ ਰਹਾਉ ਵਾਲੀਆਂ ਪੰਕਤੀਆਂ ਨੇ ਜੋ ਤੁਹਾਡੇ ਸਨਮੁਖ ਨੇ। ਉਹਨਾਂ ਪੰਕਤੀਆਂ ਵਿੱਚ ਗੁਰੂ ਨਾਨਕ ਸਾਹਿਬ ਉਹੋ ਹੀ ਬਚਨ ਦੁਹਰਾ ਰਹੇ ਨੇ, ਮਨ ਕਾਹੇ ਭੂਲੇ ਮੂੜ ਮਨਾ, ਜਬ ਲੇਖਾ ਦੇਵਹਿ ਵੀਰਾ ਤਉ ਪੜਿਆ। ਮਨ, ਹੇ ਮੇਰੇ ਮਨਾ, ਕਾਹੇ ਭੂਲੇ, ਕਿਉਂ ਭੁੱਲਦਾ ਏ, ਕਿਉਂ ਭੁੱਲ ਕੇ ਕੁਰਾਏ ਪੈਂਦਾ ਏ। ਮੂੜ ਮਨਾ, ਐ ਮੇਰੇ ਮੂਰਖ ਮਨਾ, ਤੂੰ ਇਸ ਸੰਸਾਰ ਦੇ ਮੋਹ ਮਮਤਾ ਨੂੰ, ਇਸ ਮਾਇਆ ਦੇ ਚਮਤਕਾਰਾਂ ਨੂੰ ਵੇਖ ਕੇ ਆਪਣੇ ਜੀਵਨ ਦੇ ਸਹੀ ਰਸਤੇ ਤੋਂ ਕਿਉਂ ਭਟਕਦਾ ਹੈ। ਕਾਹੇ ਭੂਲੇ। ਸੋ ਭੂਲੇ ਮਾਰਗ ਗੁਰੂ ਬਤਾਇਆ। ਅਸਲ ਵਿੱਚ ਅਸੀਂ ਸਾਰੇ ਹੀ ਗੁਰੂ ਦੇ ਸਿੱਖ ਹਾਂ ਤੇ ਵਿਦਿਆਰਥੀ ਹਾਂ।
ਅਸੀਂ ਸਾਰੇ ਹੀ ਆਪਣੇ ਸਹੀ ਜੀਵਨ ਮਾਰਗ ਤੋਂ ਭੁੱਲੇ ਹੋਏ, ਕੁਰਾਏ ਪਏ ਹੋਏ ਲੋਕ ਹਾਂ। ਸਾਨੂੰ ਭੁੱਲਿਆ ਹੋਇਆਂ ਨੂੰ ਸਾਡੇ ਪੂਰੇ ਗੁਰੂ ਨੇ ਸਾਨੂੰ ਜੀਵਨ ਦੇ ਸਹੀ ਰਸਤੇ ਉੱਤੇ ਤੋਰ ਦਿੱਤਾ ਹੈ। ਉਹ ਰਸਤਾ ਹੈ, ਜਬ ਲੇਖਾ ਦੇਵੈ ਵੀਰਾ ਤਉ ਪੜ੍ਹਿਆ। ਮੈਂ ਤੈਨੂੰ ਪੜ੍ਹਿਆ ਲਿਖਿਆ, ਤੈਨੂੰ ਵਿਦਵਾਨ, ਤੈਨੂੰ ਸਿਆਣਾ ਪੰਡਿਤ ਤਾਂ ਹੀ ਮੰਨਾਂ ਜਦੋਂ ਤੂੰ ਲੇਖਾ ਦੇਵੇਂ ਤੇ ਤੂੰ ਸੁਰਖਰੂ ਹੋ ਕੇ ਨਿਕਲੇ। ਅਸੀਂ ਗੁਰਬਾਣੀ ਵਿੱਚ ਬਹੁਤ ਥਾਵਾਂ ਤੇ ਐਸੇ ਭਾਵ ਪੜ੍ਹਦੇ ਹਾਂ ਕਿ ਸਾਨੂੰ ਸਭਨਾਂ ਨੂੰ ਬਈ ਲੇਖਾ ਤੇ ਦੇਣਾ ਹੀ ਪੈਣਾ ਹੈ। ਜੋ ਅਸੀਂ ਜੀਵਨ ਵਿੱਚ ਕੰਮ ਕਰਦੇ ਹਾਂ, ਜੋ ਜੀਵਨ ਵਿੱਚ ਕਰਮ ਕਮਾਉਂਦੇ ਹਾਂ, ਚੰਗੇ ਵੀ ਤੇ ਮਾੜੇ ਵੀ। ਚੰਗਿਆਂ ਦਾ ਫਲ ਹਮੇਸ਼ਾ ਹੀ ਚੰਗਾ ਹੁੰਦਾ ਹੈ ਤੇ ਮਾੜਿਆਂ ਦਾ ਸਿੱਟਾ ਹਮੇਸ਼ਾ ਹੀ ਮਾੜਾ ਨਿਕਲਦਾ ਹੈ। ਇਹ ਅਸੀਂ ਸਾਰੇ ਇਸ ਗੱਲ ਨੂੰ ਭਲੀ ਭਾਂਤ ਜਾਣਦੇ ਹਾਂ। ਫਿਰ ਕੀ ਕਰਨਾ ਚਾਹੀਦਾ ਹੈ ਕਿ ਸਾਡੇ ਕੀਤੇ ਹੋਏ ਕਰਮਾਂ ਦਾ ਸਿੱਟਾ ਚੰਗਾ ਨਿਕਲੇ, ਮਾੜਾ ਨਾ ਨਿਕਲੇ, ਮਾੜਾ ਫਲ ਨਾ ਲੱਗੇ। ਇਹਦੇ ਲਈ ਅਸੀਂ ਵਿਦਵਤਾ ਹਾਸਲ ਕਰਨੀ ਹੈ ਤੇ ਵਿਦਵਤਾ ਦੁਨਿਆਵੀ ਅੱਖਰਾਂ ਦੀ ਹੀ ਨਹੀਂ, ਸਗੋਂ ਗੁਰੂ ਕੀ ਬਾਣੀ ਦੇ ਅੱਖਰਾਂ ਦੀ। ਅਸੀਂ ਸ਼ੁਰੂ ਇੱਥੋਂ ਕੀਤਾ ਸੀ ਕਿ ਭਾਈ ਗੁਰਦਾਸ ਜੀ ਨੇ ਆਖਿਆ ਕਿ ਕਲਯੁਗ ਬਾਬੇ ਤਾਰਿਆ, ਸਤਨਾਮ ਪੜ੍ਹ ਮੰਤਰ ਸੁਨਾਇਆ। ਬਾਬੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਸਤਨਾਮ ਉਪਦੇਸ਼ ਦਿੱਤਾ ਹੈ। ਉਸ ਮੰਤਰ ਨੂੰ ਅਸੀਂ ਪੜ੍ਹਨਾ ਹੈ, ਉਸ ਮੰਤਰ ਨੂੰ ਅਸੀਂ ਲਿਖਣਾ ਹੈ ਤੇ ਉਸ ਨਾਮ ਨੂੰ ਹੀ ਆਪਣੇ ਹਿਰਦੇ ਵਿੱਚ ਸੰਭਾਲਣਾ ਹੈ। ਉਸ ਨਾਮ ਰੂਪ ਧਨ ਨੂੰ ਹੀ ਇਕੱਠਾ ਕਰਨਾ ਹੈ। ਜੇ ਅਸੀਂ ਇਹ ਕਰਮ ਕਰ ਪਾਏ ਆਪਣੇ ਇਸ ਜੀਵਨ ਵਿੱਚ ਤੇ ਫਿਰ ਲੇਖਾ ਦੇਣਾ ਸੁਹੇਲਾ ਹੋ ਜਾਏਗਾ। ਫਿਰ ਸਾਨੂੰ ਕੋਈ ਲੇਖਾ ਪੁੱਛੇਗਾ ਨਹੀਂ। ਸਗੋਂ ਗੁਰੂ ਸਾਹਿਬ ਨੇ ਤੇ ਬਾਣੀ ਵਿੱਚ ਐਸੇ ਬਚਨ ਵੀ ਲਿਖ ਦਿੱਤੇ ਨੇ, ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਜਿਹੜੇ ਮਨੁੱਖ ਆਪਣੇ ਜੀਵਨ ਕਾਲ ਵਿੱਚ ਜਿਉਂਦਿਆਂ ਜਿਉਂਦਿਆਂ ਪ੍ਰਭੂ ਦੇ ਨਾਮ ਰੂਪ ਧਨ ਨੂੰ ਇਕੱਠਾ ਕਰ ਗਏ, ਆਪਣੇ ਹਿਰਦੇ ਵਿੱਚ ਮਾਲਕ ਦੇ ਨਾਮ ਨੂੰ ਵਸਾ ਗਏ, ਆਪਣੇ ਕੰਠ ਰੂਪ ਗਲੇ ਵਿੱਚ ਪਰਮੇਸ਼ਵਰ ਦੇ ਨਾਮ ਰੂਪ ਹਾਰ ਨੂੰ ਪਾ ਗਏ, ਉਹਨਾਂ ਦਾ ਲੇਖਾ ਧਰਮ ਰਾਜਾ ਪਾੜ ਕੇ ਸੁੱਟ ਦੇਵੇਗਾ। ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ, ਕੋਈ ਰੋਕਣ ਤੇ ਟੋਕਣ ਵਾਲਾ ਨਹੀਂ ਹੋਵੇਗਾ। ਸੋ ਸਤਿਗੁਰੂ ਜੀ ਨੇ ਸਾਨੂੰ ਰਹਾਉ ਵਾਲੀਆਂ ਪੰਕਤੀਆਂ ਵਿੱਚ ਇਹ ਬਚਨ ਸਮਝਾ ਦਿੱਤਾ ਵੀ ਐ ਮੇਰੇ ਵੀਰ, ਵੀਰਾ ਤੋਂ ਮਤਲਬ ਹੈ ਵੀਰ ਹੈ ਮੇਰੇ ਭਰਾ, ਤੂੰ ਤਾਂ ਹੀ ਸਿਆਣਾ ਹੈ, ਤਾਂ ਹੀ ਵਿਦਵਾਨ ਹੈ, ਤਾਂ ਹੀ ਤੂੰ ਪੰਡਿਤ ਹੈ ਜੇ ਤੂੰ ਜੀਵਨ ਰਸਤੇ ਤੋਂ ਭੁੱਲ ਕੇ ਕੁਰਾਏ ਨਾ ਪੈ ਜਾਏ, ਤੂੰ ਸਹੀ ਮਾਰਗ ਤੇ ਚੱਲੇ। ਸਹੀ ਮਾਰਗ ਕੀ ਹੈ? ਹੁਣ ਸਤਿਗੁਰੂ ਸਾਨੂੰ ਇਸ ਪੂਰੀ ਪੱਟੀ ਰਾਹ ਹੀ ਸਮਝਾਉਣਗੇ। ਤਾਂ ਮੈਂ ਤੁਹਾਨੂੰ ਆਖਿਆ, ਬੇਨਤੀ ਕੀਤੀ ਹੈ ਕਿ ਪੱਟੀ ਸਾਰੀ ਤੁਸੀਂ ਆਪ ਪੜ੍ਹਨਾ, ਇਸ ਨੂੰ ਵਿਚਾਰਨਾ ਤੇ ਜੋ ਸਤਿਗੁਰਾਂ ਨੇ ਸਾਨੂੰ ਇਸ ਪੱਟੀ ਦੇ ਅੰਦਰ ਸਿਧਾਂਤ ਦ੍ਰਿੜ ਕਰਵਾਏ ਨੇ ਉਹਨਾਂ ਨੂੰ ਜੀਵਨ ਵਿੱਚ ਧਾਰਨ ਕਰਨਾ। ਸ਼ੁਰੂ ਕਿੱਥੋਂ ਕਰਦੇ ਨੇ ਸਤਿਗੁਰੂ ਜੀ ਦਾ ਇਹ ਪਹਿਲਾ ਸ਼ਲੋਕ ਹੈ ਉਸ ਪੱਟੀ ਵਿੱਚ। ਸੱਸਾ ਅੱਖਰ ਹੈ, ਸੱਸਾ, ਸੱਸੇ ਰਾਹੀਂ ਗੱਲ ਕਰਦੇ ਨੇ ਕਿਉਂਕਿ ਉਹਨੇ ਤੇ ਸੱਸਾ ਹੀ ਲਿਖਿਆ ਸੀ। ਲੰਡਿਆਂ ਵਿੱਚ ਮਾਤਰਾਵਾਂ ਨਹੀਂ ਹੁੰਦੀਆਂ, ਕੱਲੇ ਅੱਖਰ ਹੀ ਹੁੰਦੇ ਨੇ। ਉਹਨੇ ਅੱਖਰ ਲਿਖ ਦਿੱਤਾ ਸੀ, ਅੱਗੇ ਬਚਨ ਗੁਰੂ ਨਾਨਕ ਸਾਹਿਬ ਨੇ ਲਿਖੇ ਨੇ। ਇਹ ਸਾਰੇ ਵਿਦਵਾਨ ਇਸ ਗੱਲ ਨੂੰ ਮੰਨਦੇ ਨੇ ਔਰ ਜਨਮ ਸਾਖੀਆਂ ਵਿੱਚ ਇਹ ਬਚਨ ਬਾਰ-ਬਾਰ ਲਿਖੇ ਗਏ ਨੇ ਕਿ ਗੁਰੂ ਨਾਨਕ ਸਾਹਿਬ ਨੇ ਪੱਟੀ ਲਿਖੀ ਔਰ 7 ਸਾਲ ਦੀ ਉਮਰੇ ਲਿਖੀ ਹੈ। ਇੱਕ ਗੱਲ ਮੈਂ ਹੋਰ ਮੇਰੇ ਧਿਆਨ ਵਿੱਚ ਆ ਗਈ ਏ, ਅਸੀਂ ਬਹੁਤ ਵਾਰੀ ਐਸਾ ਆਖਦੇ ਹਾਂ ਔਰ ਸੁਣਦੇ ਹਾਂ, ਕਈ ਲੋਕਾਂ ਵਿਦਵਾਨਾਂ ਨੇ ਲਿਖ ਵੀ ਦਿੱਤਾ ਹੋਇਆ ਹੈ ਕਿ ਗੁਰੂ ਨਾਨਕ ਵੇਈ ਨਦੀ ਵਿੱਚ ਚਲੇ ਗਏ ਜਦੋਂ ਸੁਲਤਾਨਪੁਰ ਹੁੰਦੇ ਸਨ। ਉਦੋਂ ਉਹਨਾਂ ਦੀ ਉਮਰ ਤਕਰੀਬਨ 30 ਵਰ੍ਹਿਆਂ ਤੋਂ ਉੱਤੇ ਸੀ। ਉਹ ਵੇਈ ਨਦੀ ਵਿੱਚ ਚਲੇ ਗਏ ਤੇ 3 ਦਿਨ ਵਾਪਸ ਨਾ ਪਰਤੇ। ਤੀਸਰੇ ਦਿਨ ਕੋਈ 3 ਕਿਲੋਮੀਟਰ ਉਤਲੇ ਪਾਸਿਓਂ ਜਿੱਧਰੋਂ ਪਾਣੀ ਆਉਂਦਾ ਹੈ ਉਸ ਪਾਸਿਓਂ ਬਾਹਰ ਆਏ ਤੇ ਉਹ ਸੁਲਤਾਨਪੁਰ ਆਏ, ਜਿੱਥੇ ਉਹਨਾਂ ਨੇ ਆ ਕੇ ਆਖਿਆ ਸੀ ਨਾ ਕੋਈ ਹਿੰਦੂ ਨਾ ਮੁਸਲਮਾਨ। ਸੋ ਲੋਕਾਂ ਦਾ ਜਾਂ ਕੁਝ ਅਜਿਹੇ ਵਿਦਵਾਨਾਂ ਦਾ ਐਸਾ ਮਤ ਬਣਿਆ ਜੋ ਅਸੀਂ ਪੜ੍ਹਿਆ ਸੁਣਿਆ ਬਹੁਤ ਵਾਰੀ
ਕਿ ਉਹਨਾਂ 3 ਦਿਨਾਂ ਵਿੱਚ ਗੁਰੂ ਨਾਨਕ ਦੇਵ ਸੱਚਖੰਡ ਚਲੇ ਗਏ ਤੇ ਸੱਚਖੰਡ ਵਿੱਚੋਂ ਜਾ ਕੇ ਉਹ ਮੂਲ ਮੰਤਰ ਲੈ ਕੇ ਆਏ ਤੇ ਉਹਨਾਂ ਨੇ ਫਿਰ ਬਾਣੀ ਲਿਖਣੀ ਸ਼ੁਰੂ ਕੀਤੀ। ਸੋ ਜੇ ਅਸੀਂ ਗੁਰੂ ਨਾਨਕ ਸਾਹਿਬ ਦੀ ਪੱਟੀ ਵੱਲ ਧਿਆਨ ਲੈ ਜਾਈਏ, ਇਹ ਪੱਟੀ ਉਹਨਾਂ ਨੇ 7 ਸਾਲ ਦੀ ਉਮਰੇ ਲਿਖੀ ਹੈ। ਸੋ ਉਹ ਜਿਹੜੀ ਕਹਾਣੀ ਹੈ, ਮੈਂ ਨਹੀਂ ਕਹਿੰਦਾ ਉਹ ਝੂਠੀ ਹੈ, ਪਰ ਉਹਨੂੰ ਠੀਕ ਢੰਗ ਨਾਲ ਲਿਖਣਾ ਚਾਹੀਦਾ ਸੀ। ਸਿੱਖ ਮਿਸ਼ਨਰੀ ਕਾਲਜ ਵਾਲਿਆਂ ਨੇ ਥੋੜਾ ਜਿਹਾ ਬਦਲਾਅ ਉਹਦੇ 'ਚ ਲਿਆਂਦਾ ਹੈ। ਲੇਕਿਨ ਹੁੰਦਾ ਕੀ ਇਹ ਜਿਹੜੀਆਂ ਪਰੰਪਰਾਗਤ ਸਾਖੀਆਂ ਅਸੀਂ ਸੁਣਦੇ ਰਹਿੰਦੇ ਹਾਂ, ਜਦੋਂ ਕੋਈ ਸਿਆਣਾ ਮਨੁੱਖ ਜਾਂ ਵਿਦਵਾਨ ਪੁਰਸ਼ ਜਿਹੜੇ ਨੇ ਉਹਨਾਂ ਵਿੱਚ ਕੋਈ ਨਿਖਾਰ ਲਿਆਉਂਦੇ ਨੇ ਤੇ ਸਾਨੂੰ ਕਈ ਵਾਰੀ ਉਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਉਹ ਲਓ ਜੀ ਅਸੀਂ ਤੇ ਹੁਣ ਤੱਕ ਆਹ ਸੁਣਦੇ ਰਹੇ ਹਾਂ, ਇਹ ਨਵੀਂ ਗੱਲ ਕੱਢ ਦਿੱਤੀ ਇਹਨਾਂ ਨੇ। ਨਵੀਂ ਗੱਲ ਨਹੀਂ ਕੱਢੀ, ਇਹ ਉਸ ਨੂੰ ਸੋਧਿਆ ਹੈ, ਉਸ ਦਾ ਸੁਧਾਰ ਕੀਤਾ। ਹੋ ਸਕਦਾ ਉਸ ਵਕਤ ਵਾਲੇ ਲਿਖਾਰੀ ਦੇ ਮਨ ਵਿੱਚ ਗੁਰੂ ਨਾਨਕ ਸਾਹਿਬ ਦੇ ਪ੍ਰਤੀ ਕਿੰਨੀ ਸ਼ਰਧਾ ਤੇ ਕਿੰਨੀ ਭਾਵਨਾ ਸੀ, ਉਹ 3 ਦਿਨ ਉਹਨਾਂ ਨੂੰ ਸੱਚਖੰਡ ਭੇਜ ਦਿੰਦਾ ਹੈ। ਪਰ ਗੁਰੂ ਨਾਨਕ ਸਾਹਿਬ ਸੱਚਖੰਡ ਇਸ ਧਰਤੀ ਨੂੰ ਹੀ ਮੰਨਦੇ ਨੇ। ਉਹ ਕਹਿੰਦੇ ਨੇ ਸਾਰੀ ਧਰਤੀ ਵਿੱਚ ਉੱਤੇ ਸਾਰੇ ਬ੍ਰਹਿਮੰਡ ਵਿੱਚ ਉਸ ਮਾਲਕ ਦਾ ਨਿਵਾਸ ਹੈ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹੋ ਹੀ ਗੁਰੂ ਨਾਨਕ ਦਾ ਸੱਚਖੰਡ ਹੈ। ਤੇ ਉਹਨਾਂ ਕਾਲਜ ਵਾਲਿਆਂ ਨੇ ਇਹ ਗੱਲ ਲਿਖੀ ਹੈ ਕਿ 3 ਦਿਨ ਗੁਰੂ ਨਾਨਕ ਵੇਈ ਨਦੀ ਪਾਰ ਕਰ ਗਏ ਤੇ ਪਾਰ ਬੜਾ ਸੰਘਣਾ ਜੰਗਲ ਸੀ। ਉੱਥੇ ਕਿਤੇ ਸਤਿਗੁਰੂ ਬੈਠੇ, ਕਿਉਂਕਿ ਇਸ ਤੋਂ ਬਾਅਦ ਉਹਨਾਂ ਨੇ ਉਦਾਸੀ ਕੀ ਰੀਤ ਚਲਾਈ ਏ। ਤੇ ਉਹ ਇਸ ਤਰ੍ਹਾਂ ਲਿਖਦੇ ਨੇ ਕਿ ਉਹਨਾਂ ਨੇ ਇੱਕ ਪ੍ਰੋਗਰਾਮ ਉਲੀਕਿਆ ਇਕਾਂਤ ਵਿੱਚ ਬੈਠ ਕੇ, ਕਿਉਂਕਿ ਸੁਲਤਾਨਪੁਰ ਵਿੱਚ ਉਹਨਾਂ ਨੂੰ ਇਕਾਂਤ ਨਹੀਂ ਸੀ ਮਿਲਦੀ। ਕਿਉਂ ਨਹੀਂ ਸੀ ਮਿਲਦੀ? ਇਹਦਾ ਇੱਕ ਕਾਰਨ ਸੀ, ਉਹ ਮੋਦੀਖਾਨਾ ਚਲਾਉਂਦੇ ਸਨ ਤੇ ਉਹ ਆਪਣੇ ਮੋਦੀਖਾਨੇ ਵਿੱਚ ਕੋਈ ਰਾਤ ਆਵੇ ਕੋਈ ਦਿਨੇ ਆਵੇ ਕਿਸੇ ਲਈ ਤਾਲਾ ਨਹੀਂ ਸੀ ਲਗਾਉਂਦੇ ਕਿ ਹੁਣ ਸਟੋਰ ਬੰਦ ਹੋ ਗਿਆ, ਹੁਣ ਤੂੰ ਕੱਲ ਨੂੰ ਆਈ। ਐਸਾ ਨਹੀਂ ਸੀ ਕਰਦੇ। ਉਹ ਹਰ ਵਕਤ ਤਤਪਰ ਰਹਿੰਦੇ ਸਨ ਕਿ ਜਦੋਂ ਵੀ ਕੋਈ ਲੋੜਵੰਦ ਇਸ ਮੇਰੇ ਮੋਦੀਖਾਨੇ ਵਿੱਚ ਆਵੇ ਤੇ ਇਥੋਂ ਖਾਲੀ ਨਾ ਜਾਏ। ਹਰ ਵਕਤ ਉਹ ਲੋਕਾਂ ਦੀ ਭੀੜ ਵਿੱਚ ਰਹਿੰਦੇ, ਉਹਨਾਂ ਨੂੰ ਇਕਾਂਤ ਘੱਟ ਮਿਲਦੀ। ਇੱਕ ਦਿਨ ਸ਼ਾਮ ਦਾ ਉਹ ਨਿਤਨੇਮ ਨਹੀਂ ਸੀ ਕਰ ਪਾਏ, ਭਾਵੇਂ ਉਦੋਂ ਅਜੇ ਉਹ ਸਿਰਫ ਸੋਦਰ ਦੀ ਇੱਕੋ ਪੌੜੀ ਹੀ ਸ਼ਾਮ ਨੂੰ ਪੜ੍ਹਿਆ ਕਰਦੇ ਸਨ। ਉਹ ਨਾ ਪੜ੍ਹ ਪਾਏ ਕਿਉਂਕਿ ਲੋਕਾਂ ਦੀ ਸੇਵਾ ਕਰ ਰਹੇ ਸਨ। ਤੂੰ ਹੀ ਤੇਰਾ ਤੇਰਾ ਉਚਾਰ ਰਹੇ ਸਨ। ਤੇ ਉਹਨਾਂ ਦੇ ਪਰਥਾਏ ਬਚਨ ਲਿਖੇ ਨੇ ਕਿ ਜਦੋਂ ਰਾਤ ਪਈ, ਕੰਮ ਤੋਂ ਵਿਹਲੇ ਹੋਏ, ਘਰ ਜਾ ਕੇ ਇਕਾਂਤ ਵਿੱਚ ਬੈਠੇ, ਸੋਦਰ ਦੀ ਪੌੜੀ ਦਾ ਜਪ ਕੀਤਾ ਤੇ ਉਹਨਾਂ ਨੇ ਇੱਕ ਬਚਨ ਆਖਿਆ, ਮੇਰਾ ਕੀ ਬਣੇਗਾ, ਕਿਉਂਕਿ ਮੈਂ ਠੀਕ ਵਕਤ ਨਾਲ ਇਸ ਬਾਣੀ ਦਾ ਜਾਪ ਨਹੀਂ ਕਰ ਪਾਇਆ। ਉਹ ਉਸ ਸੇਵਾ ਵਿੱਚ ਲੱਗੇ ਰਹਿੰਦੇ, ਉਹਨਾਂ ਨੂੰ ਇਕਾਂਤ ਨਹੀਂ ਸੀ ਮਿਲਦੀ। ਤੇ ਕਾਲਜ ਵਾਲਿਆਂ ਦੀ ਇਸ ਗੱਲ ਨਾਲ ਸਹਿਮਤ ਹੋਣਾ ਚਾਹੀਦਾ ਹੈ ਸਾਨੂੰ ਕਿ ਗੁਰੂ ਜੀ ਇਕਾਂਤ ਵਿੱਚ ਬੈਠੇ। ਉਹ ਜਿੱਥੇ ਵੀ ਬੈਠੇ ਸਨ ਉੱਥੇ ਸੱਚਖੰਡ ਹੀ ਸੀ। ਗੁਰੂ ਨਾਨਕ ਸੱਚਖੰਡ ਦੇ ਵਾਸੀ ਸਨ। ਉਹ ਸੱਚਖੰਡ ਵਿੱਚੋਂ ਆਏ, ਸਾਰੀ ਜ਼ਿੰਦਗੀ ਸੱਚਖੰਡ ਵਿੱਚ ਬਿਤਾਈ ਤੇ ਗਏ ਕਿੱਥੇ? ਸੱਚਖੰਡ ਵਿੱਚ, ਹੋਰ ਕਿਤੇ ਨਹੀਂ ਗਏ। ਗੁਰੂ ਨਾਨਕ ਇੱਥੇ ਹੀ ਹਨ, ਉਹ ਸਦਾ ਹੀ ਇੱਥੇ ਰਹਿਣਗੇ। ਕਿਸੇ ਵਕਤ ਕੋਈ ਮਨੁੱਖ ਉਹਨਾਂ ਨੂੰ ਕਿਵੇਂ ਯਾਦ ਕਰੇ, ਗੁਰੂ ਨਾਨਕ ਸੱਚਖੰਡ ਵਿੱਚੋਂ ਅੱਜ ਵੀ ਤੁਹਾਨੂੰ ਦੀਦਾਰ ਦੇਣਗੇ। ਸੋ ਗੁਰੂ ਨਾਨਕ 7 ਸਾਲ ਦੀ ਉਮਰੇ ਪੱਟੀ ਲਿਖਦੇ ਨੇ ਤੇ ਉਹ 30 ਸਾਲਾਂ ਦੀ ਉਮਰੇ ਮੂਲ ਮੰਤਰ ਲੈਣ ਕਿਤੇ ਨਹੀਂ ਸਨ ਗਏ ਔਰ ਨਾ ਹੀ ਜਾ ਸਕਦੇ ਸਨ, ਕਿਉਂਕਿ ਉਸ ਤੋਂ ਪਹਿਲਾਂ ਉਹ ਬਹੁਤ ਸਾਰੀ ਬਾਣੀ ਉਚਾਰ ਚੁੱਕੇ ਨੇ। ਸੋ ਆਓ ਇੱਥੇ ਕਹਿੰਦੇ ਨੇ, ਸੱਸੇ ਅੱਖਰ ਦੁਆਰਾ ਆਪ ਜੀ ਫਰਮਾਉਂਦੇ ਨੇ, ਸੋਏ ਸ੍ਰਿਸ਼ਟ ਜਿਨ ਸਾਜੀ ਸਭਨਾ ਸਾਹਿਬ ਏਕ ਭਇਆ। ਐ ਵਿਦਿਆਰਥੀ ਜਨੋ, ਜੇ ਤੁਸੀਂ ਕੁਝ ਪੜ੍ਹਨਾ ਚਾਹੁੰਦੇ ਹੋ ਤੇ ਸਭ ਤੋਂ ਪਹਿਲਾਂ ਗੁਰੂ ਨਾਨਕ ਦਾ ਇਹ ਉਪਦੇਸ਼ ਜੇ ਉਸ ਮਾਲਕ ਨੂੰ ਚੇਤੇ ਕਰੋ ਜਿਸ ਨੇ ਸਾਰੀ ਸ੍ਰਿਸ਼ਟੀ ਦੀ ਸਿਰਜਣਾ ਕੀਤੀ ਹੈ, ਜਿਸ ਨੇ ਸਾਨੂੰ ਵੀ ਸਿਰਜਿਆ ਸ੍ਰਿਸ਼ਟੀ ਦੇ ਅੰਦਰ। ਅਸੀਂ ਉਸ ਨੂੰ ਭੁੱਲ ਗਏ ਹਾਂ। ਅਸਲ 'ਚ ਗੱਲ ਸਿਰਫ ਇੰਨੀ ਕੀ ਹੈ,
ਅਸੀਂ ਉਸ ਮਾਲਕ ਨੂੰ ਭੁੱਲ ਗਏ ਹਾਂ। ਹੋਰ ਬਹੁਤ ਕੁਝ ਆਪਾਂ ਪੜ੍ਹ ਲਿਖ ਲਿਆ, ਆਪਾਂ ਚੰਦਰਮਾ ਤੋਂ ਅੱਗੇ ਮਾਰਸ ਤੇ ਪਹੁੰਚ ਗਏ ਹਾਂ। ਹੁਣ ਆਪਾਂ ਤਿਆਰੀ ਕਰਦੇ ਹਾਂ ਪੈ ਕਿ ਉੱਥੇ ਇੱਕ ਸ਼ਹਿਰ ਵਸਾਵਾਂਗੇ ਤੇ ਲੋਕਾਂ ਨੂੰ ਲੈ ਚੱਲਾਂਗੇ ਤੇ ਉੱਥੇ ਆਪਣੀ ਨਵੀਂ ਦੁਨੀਆ ਵਸ ਜਾਏਗੀ। ਕਿੰਨੀ ਚੰਗੀ ਗੱਲ ਏ, ਅਸੀਂ ਕਿੰਨੀਆਂ ਮੱਲਾਂ ਮਾਰੀਆਂ ਨੇ, ਪਰ ਉਸ ਸੋਏ ਉਸ ਮਾਲਕ ਨੂੰ ਜਿਸ ਨੇ ਸ੍ਰਿਸ਼ਟੀ ਦੀ ਸਿਰਜਣਾ ਕੀਤੀ, ਜਿਸ ਨੇ ਚੰਦਰਮਾ ਤੇ ਮਾਰਸ ਵਰਗੇ ਪਲੈਨਟ ਬਣਾ ਕੇ ਇਸ ਬ੍ਰਹਿਮੰਡ ਵਿੱਚ ਬਿਨਾਂ ਕਿਸੇ ਸਹਾਰੇ ਤੋਂ ਆਪਣੇ ਸ਼ਬਦ ਦੇ ਸਹਾਰੇ ਤੇ ਟਿਕਾ ਕੇ ਰੱਖੇ ਹੋਏ ਨੇ, ਉਹਨੂੰ ਚੇਤੇ ਕਰੋ। ਸਭਨਾ ਸਾਹਿਬ ਏਕ ਭਇਆ, ਉਹ ਸਾਰਿਆਂ ਦਾ ਇੱਕ ਮਾਲਕ ਹੈ। ਗੁਰੂ ਨਾਨਕ ਸਾਹਿਬ ਨੇ ਬਾਣੀ ਵਿੱਚ ਬਚਨ ਆਖੇ ਨੇ, ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ। ਸਾਨੂੰ ਸਿੱਖਿਆ ਕੀ ਮਿਲੀ ਗੁਰੂ ਨਾਨਕ ਦੇ ਪਹਿਲੇ ਬਚਨ ਵਿੱਚੋਂ ਕਿ ਸਾਡਾ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਉਹ ਸਾਡਾ ਸਭਨਾ ਦਾ ਇੱਕ ਮਾਲਕ ਹੈ, ਇੱਕੋ ਹੀ ਸਾਡਾ ਸਾਹਿਬ ਹੈ। ਜੇ ਪੂਰੀ ਦੁਨੀਆ ਵਿੱਚ ਸਿਰਫ ਇੰਨੀ ਹੀ ਗੱਲ ਗੁਰੂ ਨਾਨਕ ਸਾਹਿਬ ਦੀ ਪੜ੍ਹਾਈ ਜਾਵੇ ਤੇ ਜਿਹੜੇ ਧਰਮਾਂ ਦੇ ਵਖਰੇਵੇਂ ਨੇ ਸ਼ਾਇਦ ਇਹ ਖਤਮ ਹੋ ਜਾਣ। ਜਿਹੜੇ ਧਰਮਾਂ ਦੇ ਨਾਂ ਹੇਠਾਂ ਕਤਲੋਗਾਰਦ ਹੋ ਰਹੀ ਏ, ਸ਼ਾਇਦ ਇਹ ਮੁੱਕ ਜਾਏ ਜੇ ਦੁਨੀਆ ਦੇ ਲੋਕ ਇਸ ਗੱਲ ਨੂੰ ਸਮਝ ਜਾਣ ਕਿ ਸਾਹਿਬ ਮੇਰਾ ਏਕੋ ਹੈ। ਜੇ ਸਭਨਾ ਦਾ ਇੱਕ ਮਾਲਕ ਏ, ਇੱਕ ਮਾਤਾ, ਇੱਕ ਪਿਤਾ ਏ, ਤੇ ਫਿਰ ਅਸੀਂ ਆਪਣੇ ਸੱਕੇ ਭੈਣਾਂ ਤੇ ਭਰਾਵਾਂ ਦਾ ਕਤਲ ਕਿਉਂ ਕਰ ਰਹੇ ਹਾਂ? ਉਹਨਾਂ ਦਾ ਧਨ ਅਸੀਂ ਕਿਉਂ ਲੁੱਟ ਰਹੇ ਹਾਂ? ਅਸੀਂ ਇਹ ਖੋਆ ਖਾਈ ਕਿਉਂ ਕਰ ਰਹੇ ਹਾਂ? ਕਿਹਦੇ ਨਾਲ ਕਰ ਰਹੇ ਹਾਂ? ਮੈਂ ਤੇ ਆਖਣਾ ਚਾਹਾਂਗਾ, ਸਿੱਖੋ, ਜੇ ਤੁਸੀਂ ਮੇਰੀ ਗੱਲ ਸੁਣਦੇ ਹੋਵੋ ਤੇ ਪੂਰੀ ਦੁਨੀਆ ਦੇ ਸਕੂਲਾਂ ਕਾਲਜਾਂ ਦੇ ਅੰਦਰ ਗੁਰੂ ਨਾਨਕ ਦੀ ਪੱਟੀ ਦਾ ਆ ਪਹਿਲਾ ਬੰਦ ਲਿਖਵਾ ਕੇ ਲਗਾ ਦਿਓ। ਇਹਦੇ ਅਰਥ ਹਰ ਬੋਲੀ ਵਿੱਚ ਉੱਥੇ ਸਕੂਲਾਂ ਵਿੱਚ ਤਖਤੀ ਉੱਤੇ ਲੱਗੇ ਹੋਣ ਤੇ ਗੁਰੂ ਨਾਨਕ ਦੀ ਪੱਟੀ ਦੇ ਨਾਂ ਹੇਠਾਂ ਇਹ ਸ਼ਬਦ ਪੜ੍ਹਾਏ ਜਾਣ, ਤੇ ਮੇਰਾ ਖਿਆਲ ਹੈ ਦੁਨੀਆ ਦੇ ਬਹੁਤ ਸਾਰੇ ਮਸਲੇ ਸਿਰਫ ਗੁਰੂ ਨਾਨਕ ਦੇ ਇਸ ਇੱਕ ਬਚਨ ਨਾਲ ਹੱਲ ਹੋ ਸਕਦੇ ਨੇ। ਪਰ ਸਿੱਖ ਲੋਕ ਐਸੇ ਸੌਂ ਗਏ ਨੇ, ਇਹਨਾਂ ਦੇ ਆਪਣੇ ਜਿਹੜੇ ਸਕੂਲ ਕਾਲਜ ਨੇ ਉੱਥੇ ਵੀ ਆ ਗੱਲ ਨਹੀਂ ਲਿਖੀ ਹੋਈ ਮਿਲਦੀ, ਉੱਥੇ ਵੀ ਆ ਬਚਨ ਗੁਰੂ ਨਾਨਕ ਸਾਹਿਬ ਦੇ ਨਹੀਂ ਪੜ੍ਹਾਏ ਜਾਂਦੇ। ਕੌਣ ਪੜ੍ਹਾਏਗਾ, ਕੌਣ ਪੜ੍ਹੇਗਾ ਗੁਰੂ ਨਾਨਕ ਦੀ ਇਸ ਤਾਲੀਮ ਨੂੰ? ਤੁਹਾਡਾ ਫਰਜ਼ ਬਣਦਾ ਹੈ। ਤੁਹਾਨੂੰ ਗੁਰੂ ਸਾਹਿਬ ਨੇ ਇਸ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਦਾ ਮੌਕਾ ਕਿਰਪਾ ਕਰਕੇ ਦਿੱਤਾ ਹੈ, ਤੇ ਤੁਸੀਂ ਇੰਨੇ ਅਵੇਸਲੇ ਹੋ ਗਏ ਹੋ, ਤੁਸੀਂ ਸਮਝਦੇ ਹੋ ਸਾਡਾ ਗੁਰੂ ਗ੍ਰੰਥ ਸਾਹਿਬ ਹੈ, ਇਹਨੂੰ ਪੜ੍ਹਨ ਦੀ ਲੋੜ ਨਹੀਂ ਕਿਉਂਕਿ ਇਹ ਤੇ ਸਾਡਾ ਹੈ। ਇਸ ਤਰ੍ਹਾਂ ਨਾ ਸੋਚੋ। ਗੁਰੂ ਨਾਨਕ ਦਾ ਇੱਕ ਇੱਕ ਬਚਨ, ਉਸ ਦੀ ਕੀਮਤ ਨਹੀਂ ਆਖੀ ਜਾ ਸਕਦੀ। ਜੇ ਤੁਸੀਂ ਦੁਨੀਆ ਦੇ ਅੰਦਰ ਸਿਰਫ ਇੰਨੀ ਗੱਲ ਹੀ ਪ੍ਰਚਾਰ ਕਰਦੇ ਹੋ, ਸੱਸੈ ਸੋਏ ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ, ਸੇਵਤ ਰਹੇ ਚਿਤ ਜਿਨ ਕਾ ਲਾਗਾ, ਆਇਆ ਤਿਨ ਕਾ ਸਫਲ ਭਇਆ। ਐ ਵਿਦਿਆਰਥੀ ਜਨੋ, ਇਸ ਸੰਸਾਰ ਵਿੱਚ ਤੇ ਇਸ ਸਕੂਲ ਕਾਲਜ ਵਿੱਚ ਉਹਨਾਂ ਦਾ ਆਇਆ ਸਫਲ ਹੋ ਜਾਏਗਾ ਜਿਹੜੇ ਉਸ ਮਾਲਕ ਨੂੰ ਸੇਵਦੇ ਰਹਿਣਗੇ, ਉਹਦੇ ਨਾਮ ਦਾ ਸਿਮਰਨ ਕਰਦੇ ਰਹਿਣਗੇ, ਜਿਨ੍ਹਾਂ ਦਾ ਚਿੱਤ ਉਸ ਮਾਲਕ ਦੇ ਨਾਮ ਸਿਮਰਨ ਵਿੱਚ ਲੱਗਾ ਰਹੇਗਾ, ਉਹਨਾਂ ਦਾ ਸੰਸਾਰ ਵਿੱਚ ਆਉਣਾ ਸਫਲ ਆਉਣਾ ਹੋਏਗਾ। ਜੇ ਅਸੀਂ ਇੰਨਾ ਕੀ ਉਪਰਾਲਾ ਕਰੀਏ, ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਤੇ ਅਸੀਂ ਮਨਾ ਹੀ ਰਹੇ ਹਾਂ। ਤੁਸੀਂ ਵੇਖਿਆ ਸਾਰੇ ਸੰਸਾਰ ਦੇ ਅੰਦਰ ਸਿੱਖਾਂ ਨੇ ਕਿਵੇਂ ਮਠਿਆਈਆਂ ਵੰਡੀਆਂ ਨੇ। ਹੈਰਾਨ ਰਹੀਦਾ ਵੀ ਤੁਸੀਂ ਕਰ ਕੀ ਰਹੇ ਹੋ। ਗੁਰੂ ਨਾਨਕ ਸਾਹਿਬ ਨੇ ਕਿਤੇ ਮਠਿਆਈਆਂ ਵੰਡਣ ਲਈ ਤੁਹਾਨੂੰ ਨਹੀਂ ਆਖਿਆ। ਤੁਸੀਂ ਪੂਰੀ ਦੁਨੀਆ ਦਾ ਜੇ ਅਸੀਂ ਅੰਕੜਾ ਇਕੱਠਾ ਕਰੀਏ ਤੇ ਤੁਸੀਂ ਕਰੋੜਾਂ ਡਾਲਰ ਖਰਚ ਕੀਤੇ ਨੇ ਸਿਰਫ ਇਹਨਾਂ ਮਠਿਆਈਆਂ ਉੱਤੇ, ਕਿ ਸਾਡੇ ਅੰਦਰ ਇੱਕ ਬੜੀ ਖੁਸ਼ੀ ਦੀ ਲਹਿਰ ਦੌੜ ਗਈ ਏ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਆ ਗਿਆ। ਪਰ ਜੇ ਕਿਤੇ ਕਾਸ਼ ਅਸੀਂ ਇੰਨੇ ਕਰੋੜਾਂ ਡਾਲਰ ਲਗਾ ਕੇ ਗੁਰੂ ਨਾਨਕ ਸਾਹਿਬ ਦੀ ਪੱਟੀ ਦਾ ਆ ਪਹਿਲਾ ਹੀ ਬਚਨ ਦੁਨੀਆ ਦੇ ਹਰ ਸਕੂਲ ਵਿੱਚ ਪਹੁੰਚਾ ਦਿੰਦੇ ਤੇ ਦੁਨੀਆ ਦਾ ਨਕਸ਼ਾ ਬਦਲ ਜਾਂਦਾ। ਕੌਣ ਕਰੇਗਾ ਇਹ ਕੰਮ? ਤੁਸੀਂ ਕਰੋਗੇ, ਤੁਹਾਡੀ ਜ਼ਿੰਮੇਵਾਰੀ ਏ। ਜੇ ਨਹੀਂ ਕਰਦੇ
कि तुसी अपनी जिम्मेवारी तो कुताही कर रहे हो। ਜਿਹੜਾ ਜ਼ਿੰਮੇਵਾਰੀ ਤੋਂ ਕੁਤਾਹੀ ਕਰਦਾ ਹੈ ਉਹਨੂੰ ਰੱਬ ਦੀ ਦਰਗਾਹ ਵਿੱਚ ਕੋਈ ਜਗ੍ਹਾ ਨਹੀਂ ਜੇ ਮਿਲਦੀ। ਆਪਣੀ ਜ਼ਿੰਮੇਵਾਰੀ ਨੂੰ ਸਮਝੋ, ਆਪਣੀ ਜ਼ਿੰਮੇਵਾਰੀ ਨੂੰ ਨਿਭਾਓ, ਉਹਦੇ ਉੱਤੇ ਠੋਕ ਕੇ ਪਹਿਰਾ ਦਿਓ, ਕਰੋ ਇਹ ਯਤਨ। ਅੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆਉਣਾ ਹੈ। ਜੇ ਦੁਨੀਆ ਦੇ ਵਿੱਚ ਇਹ ਗੱਲ ਚਲੀ ਜਾਏ ਕਿ ਮਠਿਆਈਆਂ ਨਾ ਵੰਡੋ, ਗੁਰੂ ਦੀ ਬਾਣੀ ਵੰਡੋ, ਗੁਰੂ ਦੀ ਬਾਣੀ ਦੇ ਬਚਨ ਵੰਡੋ, ਜਿਹੜਾ ਵੀ ਗੁਰਦੁਆਰੇ ਆਵੇ, ਤੁਸੀਂ ਜਿੱਥੇ ਵੀ ਜਾਓ, ਆਹ ਗੁਰੂ ਦਾ ਬਚਨ ਲਿਖ ਕੇ ਲੋਕਾਂ ਨੂੰ ਦਿਓ ਵੀ ਗੁਰੂ ਨਾਨਕ ਸਾਹਿਬ ਨੇ ਆਹ ਦਾਤ ਸਾਨੂੰ ਦਿੱਤੀ ਏ, ਲਓ ਤੁਸੀਂ ਵੀ ਇਹਦੇ ਵਿੱਚੋਂ। ਹੋਰ ਵੰਡ ਛਕਣਾ ਕਿਹਨੂੰ ਆਖਦੇ ਨੇ? ਇਹੋ ਹੀ ਹੈ ਵੰਡ ਕੇ ਛਕਣਾ ਕਿ ਜੋ ਗੁਰੂ ਨਾਨਕ ਸਾਹਿਬ ਨੇ ਸਾਨੂੰ ਤਾਲੀਮ ਦਿੱਤੀ ਏ, ਇਹ ਤਾਲੀਮ ਅਸੀਂ ਦੁਨੀਆ ਦੇ ਲੋਕਾਂ ਵਿੱਚ ਪਹੁੰਚਾ ਦਈਏ। ਰੋਟੀਆਂ ਬੇਸ਼ੱਕ ਨਾ ਦਿਓ ਕਿਸੇ ਨੂੰ, ਮੈਂ ਤੇ ਨਹੀਂ ਕਹਿੰਦਾ ਬੰਦ ਕਰ ਦਿਓ, ਪਰ ਉਹਦੀ ਜਗ੍ਹਾ ਜੇ ਕਿਤੇ ਤਾਲੀਮ ਦਿੱਤੀ ਜਾਏ ਤੇ ਕਿੰਨਾ ਚੰਗਾ ਹੋਏ। ਮੈਂ ਇੱਕ ਛੋਟੀ ਜੀ ਗੱਲ ਦੇ ਨਾਲ ਅੱਜ ਦੀ ਵਿਚਾਰ ਸਮਾਪਤ ਕਰ ਦਿੰਦਾ ਹਾਂ। ਕਿਸੇ ਅਮੀਰ ਆਦਮੀ ਦੇ ਘਰ ਇੱਕ ਭਿਖਾਰੀ ਮੰਗਣ ਵਾਲਾ ਚਲਾ ਗਿਆ ਤੇ ਉਹ ਬੜਾ ਨੌਜਵਾਨ ਲੱਗ ਰਿਹਾ ਸੀ ਕਿ ਉਹਨੂੰ ਸਰੀਰਕ ਕੋਈ ਤਕਲੀਫ ਨਹੀਂ। ਉਹ ਚੱਲਦਾ ਫਿਰਦਾ ਹੈ, ਗੱਲਾਂ ਬਾਤਾਂ ਕਰਦਾ, ਹੱਥ ਪੈਰ ਬੜੇ ਸੋਹਣੇ ਹਿੱਲਦੇ ਨੇ ਉਹਦੇ, ਪਰ ਉਹ ਮੰਗ ਕੇ ਖਾ ਰਿਹਾ ਹੈ। ਉਸ ਸਿਆਣੇ ਅਮੀਰ ਨੇ, ਹੋ ਸਕਦਾ ਉਹਦੇ ਪੱਲੇ ਗੁਰੂ ਨਾਨਕ ਦੀ ਕੋਈ ਗੱਲ ਪਈ ਹੋਏਗੀ, ਉਹਨੇ ਆਖਿਆ ਵੀ ਗੁਰਮੁਖਾ ਇੱਥੇ ਬਹਿ ਜਾ, ਤੂੰ ਜੋ ਆਖੇਂਗਾ ਮੈਂ ਤੈਨੂੰ ਦਿਆਂਗਾ, ਪਰ ਮੈਂ ਇੱਕ ਗੱਲ ਤੇਰੇ ਨਾਲ ਕਰਨੀ ਚਾਹੁੰਦਾ। ਉਹ ਗੱਲ ਸਿਰਫ ਇੰਨੀ ਕੀ ਇਹ ਦੋ ਟੂਕ ਗੱਲ ਏ ਮੇਰੀ ਕਿ ਮੈਂ ਤੈਨੂੰ ਧਨ ਕਮਾਉਣ ਦੇ ਯੋਗ ਬਣਾ ਦਿਆਂ, ਤੇਰੀ ਝੋਲੀ ਵਿੱਚ ਧਨ ਪਾ ਕੇ ਤੈਨੂੰ ਮੰਗਤਾ ਨਾ ਬਣਾਵਾਂ, ਸਗੋਂ ਤੈਨੂੰ ਕੋਈ ਕਿੱਤਾ ਸਿਖਾਵਾਂ ਤੇ ਤੂੰ ਉਸ ਨੂੰ ਸਿੱਖ ਕੇ ਸਾਰੀ ਜ਼ਿੰਦਗੀ ਜਿੱਥੇ ਆਪਣਾ ਨਿਰਵਾਹ ਕਰੇ ਉੱਥੇ ਤੂੰ ਲੋੜਵੰਦਾਂ ਦੀ ਸਹਾਇਤਾ ਵੀ ਕਰੇ, ਕਿਉਂਕਿ ਤੂੰ ਮੈਨੂੰ ਨੌਜਵਾਨ ਨਜ਼ਰ ਆ ਰਿਹਾ ਹੈ। ਜੇ ਕੋਈ ਬਜ਼ੁਰਗ ਹੁੰਦਾ, ਕਿਸੇ ਦੇ ਹੱਥ ਪੈਰ ਨਾ ਕੰਮ ਕਰਦੇ ਹੁੰਦੇ ਤੇ ਮੈਂ ਜ਼ਰੂਰ ਉਹਦੀ ਝੋਲੀ ਵਿੱਚ ਕੋਈ ਖੈਰ ਚਾਰ ਦਮੜੇ ਪਾ ਦਿੰਦਾ, ਪਰ ਮੈਂ ਤੈਨੂੰ ਭਿਖਾਰੀ ਨਹੀਂ ਵੇਖਣਾ ਚਾਹੁੰਦਾ, ਮੈਂ ਤੈਨੂੰ ਦਾਤਾ ਵੇਖਣਾ ਚਾਹੁੰਦਾ ਹਾਂ। ਸੋ ਯਤਨ ਕਰੀਏ ਅਸੀਂ ਇਹ ਗੁਰੂ ਨਾਨਕ ਸਾਹਿਬ ਦੇ ਬਚਨ ਲੋਕਾਂ ਤੱਕ ਪਹੁੰਚਾਈਏ। ਦੁਨੀਆ ਦੇ ਅੰਦਰ ਕਿੰਨਾ ਕੁਝ ਵਾਪਰ ਰਿਹਾ ਹੈ ਜਿਹੜਾ ਗੁਰੂ ਨਾਨਕ ਸਾਹਿਬ ਦੇ ਬਚਨਾਂ ਰਾਹੀਂ ਠੀਕ ਹੋ ਸਕਦਾ ਹੈ ਤੇ ਬਹੁਤ ਸਾਰੇ ਮਸਲੇ ਹੱਲ ਹੋ ਸਕਦੇ ਨੇ। ਬੇਨਤੀ ਕਰਾਂਗਾ, ਬਾਣੀ ਆਪ ਪੜੋ, ਦੂਜਿਆਂ ਨੂੰ ਪੜਨ ਦੀ ਪ੍ਰੇਰਨਾ ਕਰੋ, ਇਹਨੂੰ ਪੈਸਿਆਂ ਨਾਲ ਨਾ ਪੜਾਇਆ ਕਰੋ, ਇਹਦੇ ਵਿੱਚ ਸਾਡਾ ਭਲਾ ਹੋਏਗਾ। ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਆਪ ਸਾਰੀ ਸੰਗਤ ਨੂੰ, ਸਾਰੇ ਸਿੱਖ ਸਮਾਜ ਨੂੰ, ਸਾਰੀ ਦੁਨੀਆ ਨੂੰ ਮੁਬਾਰਕ ਹੋਵੇ। ਮੁਬਾਰਕ ਤਾਂ ਹੀ ਹੋਵੇਗਾ ਜੇ ਗੁਰੂ ਨਾਨਕ ਦੇ ਬਚਨ ਸਾਡੇ ਪੱਲੇ ਪੈ ਜਾਣ। ਇਨ੍ਹਾਂ ਸ਼ਬਦਾਂ ਨਾਲ ਹੋਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।